एक्सटॉर्शन जेल तो मेजर चार गैंगस्टर ਜਿਹੜੇ ਮੇਜਰ ਬੈਠੇ ਆ ਜੇਲ੍ਹਾਂ ਵਿੱਚ ਤੁਹਾਨੂੰ ਫੋਨ ਕਰ ਰਹੇ ਨੇ ਫੋਨ ਤੁਸੀਂ ਆਪ ਪ੍ਰੋਵਾਈਡ ਕਰ ਰਹੇ ਲਾਰੈਂਸ ਬਿਸ਼ਨੋਈ ਦੇ एक्सटॉर्शन ਦੇ ਫੋਨ ਲੋਕਾਂ ਨੇ ਆਪ ਰਿਕਾਰਡ ਕਰਕੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਪਾਏ ਹੋਏ ਜਿਹੜੀ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਉਸ ਤੇ ਸ਼ੋਕੇਸ ਕਰਨ ਤੇ ਜਿਹੜਾ ਪਾਬੰਦੀ ਲਾ ਦਿੱਤੀ ਹੈਗੀ ਹੈ ਜਾਂ ਬੜੇ ਕੇਸਿਸ ਜਿਹੜੇ ਨੇ ਹਾਲ ਹੀ ਦੇ ਵਿੱਚ ਬੜੇ ਰਜਿਸਟਰ ਹੋਏ ਨੇ ਉਹ ਸਾਰੀਆਂ ਗੱਲਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਕੀ ਕੋਈ ਫਰਕ ਪਏਗਾ ਜੀ ਜਿਹੜਾ ਜੇਲ੍ਹ ਵਿੱਚ ਬੈਠਾ ਗੈਂਗਸਟਰ ਕੰਪਲੀਟਲੀ ਹੈਲਪਲੈਸ ਹੈ ਜੇ ਉਹਦੇ ਮੀਨਸ ਆਫ ਕਮਿਊਨੀਕੇਸ਼ਨ ਤੁਸੀਂ ਬੰਦ ਕਰ ਦੇ ਇੰਨਾ ਆਸਾਨ ਤਰੀਕਾ ਤੁਸੀਂ ਕਿਉਂ ਨਹੀਂ ਕਰ ਰਹੇ ਗਨ ਕਲਚਰ ਪੰਜਾਬ ਦੇ ਸੱਭਿਆਚਾਰ ਦਾ ਇੱਕ ਪਤਾ ਨਹੀਂ ਕਿਉਂ ਅਜੀਬ ਜਿਹਾ ਹਿੱਸਾ ਹੈਗਾ ਇਹ ਅਸੀਂ ਰਿਪੀਲ ਕਰਕੇ ਦੁਬਾਰਾ ਐਕਟ ਬਣਾਇਆ ਸੀ 1959 ਦੇ ਵਿੱਚ ਸੋ ਕਿੰਨੀ ਦੇਰ ਤੱਕ ਉਹ ਚੱਲਿਆ ਆਲਮੋਸਟ 100 ਸਾਲ ਤੇ ਉਦੋਂ ਪਹਿਲੀ ਵਾਰ ਇਹਨਾਂ ਨੇ ਕਿਹਾ ਸੀ ਕਿ ਇੰਡੀਅਨਸ ਨੂੰ ਆਰਮਸ ਮੈਨੂਫੈਕਚਰ ਕਰਨ ਲਈ ਆਰਮਸ ਰੱਖਣ ਲਈ ਬੈਨ ਲਗਾਤਾ ਵਿਦਆਊਟ ਲਾਇਸੈਂਸ ਨਟਸ਼ਲ ਹਲੇ ਵੀ ਉਹ ਕਾਨੂੰਨ ਚੱਲ ਰਿਹਾ ਕਿ ਇੰਡੀਅਨਸ ਹੁਣ ਤੱਕ ਕੋਈ ਵੀ ਸਿਟੀਜ਼ਨ ਉਦੋਂ ਅੰਗਰੇਜ਼ਾਂ ਦੇ ਕਾਨੂੰਨ ਨਹੀਂ ਸੀ ਉਹ ਰੱਖ ਸਕਦੇ ਸੀ ਆਰਮਸ ਵਿਦਆਊਟ ਲਾਇਸੈਂਸ ਅਸੀਂ ਨਹੀਂ ਸੀ ਰੱਖ ਸਕਦੇ ਕਿ ਹੁਣ ਮੂਸਾਵਾਲ ਦੇ ਕੇਸ ਵਿੱਚ ਕੋਈ ਹਥਿਆਰ ਪਕੜਿਆ ਗਿਆ ਕੋਈ ਲਾਇਸੈਂਸ ਵੈਪਨ ਹੈ ਹੀ ਨਹੀਂ ਸੀ ਵੱਡੇ ਜੁਰਮ ਲਾਇਸੈਂਸ ਵੈਪਨ ਹੁੰਦੇ ਨਹੀਂ ਹੁਣ ਜਿਹੜਾ ਹੈਗਾ ਤੁਹਾਨੂੰ 3 ਦਿਨ ਦੀ ਛੂਟ ਦਿੱਤੀ ਜਾਂਦੀ ਹੈ ਤੇ 3 ਦਿਨ ਦੇ ਵਿੱਚ ਤੁਸੀਂ ਆਪਣੀ ਸਵੈ ਇੱਛਾ ਦੇ ਨਾਲ ਜਿਹੜਾ ਹੈਗਾ ਉਹ ਪਿਕ ਜੇ ਕੋਈ ਪਾਈ ਹੋਈ ਹੈ ਸੋਸ਼ਲ ਮੀਡੀਆ ਤੇ ਉਹ ਹਟਾ ਦਿਓ ਇਹ ਬੱਚਿਆਂ ਵਾਲਾ ਮੈਜਰਸ ਹੈ ਜੇ ਇੱਦਾਂ ਦੀ ਛੋਟੀਆਂ ਗੱਲਾਂ ਤੇ ਕ੍ਰਾਈਮ ਬੰਦ ਹੋ ਜਾਏ ਵਾਇਲੈਂਟ ਕ੍ਰਾਈਮ ਬੰਦ ਹੋ ਜਾਏ ਤਾਂ ਪਿਕਚਰਾਂ ਦਾ ਪਹਿਲਾਂ ਉਸ ਤੋਂ ਪਹਿਲਾਂ ਯੁੱਗ ਸੀ ਫੇਸਬੁੱਕ ਤੋਂ ਪਹਿਲਾਂ ਉਦੋਂ ਵੀ ਤਾਂ ਕ੍ਰਾਈਮ ਹੁੰਦੇ ਸੀ ਇਹ ਸੋਚਣਾ ਕਿ ਫੇਸਬੁੱਕ ਵਿੱਚ ਪਿਕਚਰਾਂ ਕਰਕੇ ਕ੍ਰਾਈਮ ਹੋ ਰਿਹਾ ਹੈ ਇਹ ਤਾਂ ਬਿਲਕੁਲ ਬਚਕਾਨੀ ਵੀ ਗੱਲ ਹੈ ਇਹਦੇ ਨਾਲ ਕੋਈ ਰਿਲੇਟਡ ਨਹੀਂ ਹੈ ਪਾਣੀ ਤੇ ਫਿਰ ਤੋਂ ਜਿਹੜਾ ਕਿਸਾਨ ਹੈ ਇਕੱਠਾ ਹੋ ਰਿਹਾ ਪਾਣੀ ਦੀ ਜਿਹੜੀ ਘਾਟ ਲਗਾਤਾਰ ਹੋ ਰਹੀ ਹੈ ਤੇ SOAL ਦੇ ਮੁੱਦੇ ਤੇ ਵੀ ਪਿਛਲੇ ਦਿਨੀ ਕਿਸਾਨਾਂ ਨੇ ਆਵਾਜ਼ ਚੁੱਕੀ ਸੀਗੀ ਉਹਨਾਂ ਦੀਆਂ ਮੰਗਾਂ ਲਗਾਤਾਰ ਜਿਹੜੀਆਂ ਉਹ ਬਰਕਰਾਰ ਨੇ MSP ਦੀ ਚਾਹੇ ਗੱਲ ਕਰ ਲਈਏ ਜਾਂ ਫਿਰ ਜਿਹੜੇ ਕੇਸਿਸ ਹੋਏ ਸੀਗੇ ਕਿਸਾਨ ਮੋਰਚੇ ਦੇ ਦੌਰਾਨ ਨਹੀਂ ਮਿਨੀਮਮ ਸਪੋਰਟ ਪ੍ਰਾਈਸ ਤੇ ਕੇਸ ਵਾਪਸ ਲੈਣੇ ਇਹ ਤਾਂ ਸਾਂਝੀ ਡਿਮਾਂਡ ਸੀ ਸਭ ਦੀ ਜਦ ਤੱਕ ਅਸੀਂ ਇਸ ਮਾਮਲੇ ਨੂੰ ਬਿਲਕੁਲ ਨਿਆਂ ਦੇ ਤੌਰ ਤੇ ਜਾਂ ਬਿਲਕੁਲ ਕਾਨੂੰਨ ਦੇ ਬੇਸ ਤੇ ਇਹਨੂੰ ਡਿਸਾਈਡ ਨਹੀਂ ਕਰਦੇ ਉਦ ਤੱਕ ਇਹ ਮਾਮਲਾ ਭਖਦਾ ਹੀ ਰਹੇਗਾ ਸਤਿ ਸ਼੍ਰੀ ਅਕਾਲ ਮੈਂ ਲੈ ਕੇ ਪ੍ਰੋਗਰਾਮ ਅਨਕਟ ਹਾਜ਼ਰ ਹਾਂ ਮੈਂ ਬਿੰਦੂ ਸਿੰਘ ਤੇ ਕੈਮਰਾ ਟੀਮ ਤੇ ਕੈਮਰਾ ਪਰਸਨ ਨੇ ਮੇਰੇ ਨਾਲ ਸਰਬਜੀਤ ਸਿੰਘ ਆਮ ਤੌਰ ਤੇ ਕਿਉਂਕਿ ਅਨਕਟ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਅਲੱਗ-ਅਲੱਗ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਅਹਿਮ ਇਸ ਕਰਕੇ ਹੋ ਜਾਂਦੀ ਹੈ ਕਿ ਪੰਜਾਬ ਦੀ ਫਿਤਰਤ ਜਿਹੜੀ ਹੈਗੀ ਉਹ ਥੋੜੀ ਜਿਹੀ ਬਦਲੀ ਹੋਈ ਹੈ ਪੰਜਾਬ ਜਿਹੜਾ ਹੈਗਾ ਆਮ ਤੌਰ ਤੇ ਅਸੀਂ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਵੈਸੇ ਤਾਂ ਹੋਰ ਹਿੱਸਿਆਂ ਦੇ ਵਿੱਚ ਵੀ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਅਮੂਮਨ ਹੀ ਦੇਖਿਆ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀਆਂ ਕਈ ਵਾਰੀ ਫਾਇਰਿੰਗ ਹੋ ਜਾਂਦੀ ਸੀਗੀ ਫਾਇਰਿੰਗ ਦੇ ਨਾਲ ਗਨ ਸ਼ਾਟਸ ਦੇ ਨਾਲ ਕਈ ਵਾਰੀ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹ ਲੋਕ ਜ਼ਖਮੀ ਵੀ ਹੋਏ ਤੇ ਮਰੇ ਵੀ ਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਇੱਦਾਂ ਹੁੰਦਾ ਸੀਗਾ ਪਰ ਹੁਣ ਹਾਲਾਤ ਉਹ ਨਹੀਂ ਨੇ ਉਹਦੇ ਨਾਲ ਹੀ ਕਿਉਂ ਨਹੀਂ ਨੇ ਕਿਵੇਂ ਨਹੀਂ ਨੇ ਉਸ ਦੇ ਗੱਲਬਾਤ ਤਾਂ ਕਰਾਂਗੇ ਪਰ ਉਸ ਦੇ ਨਾਲ ਹੀ ਕਿਉਂਕਿ ਪਿਛਲੇ ਦਿਨੀ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਵੱਧਦਾ ਨਜ਼ਰ ਆਇਆ ਬਹੁਤ ਸਾਰੀਆਂ ਹੱਤਿਆਵਾਂ ਹੋਈਆਂ ਬਹੁਤ ਮਰਡਰਸ ਹੋਏ ਉਸ ਦੇ ਨਾਲ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੇ ਇੱਕ ਬਹੁਤ ਸਟ੍ਰਿਕਟ ਐਕਸ਼ਨ ਲਿਆ ਤੇ ਜਿਹੜੇ ਫਾਇਰ ਆਰਮਸ ਨੇ ਉਹਨਾਂ ਤੇ ਰੋਕ ਲਾਉਣ ਵਾਸਤੇ ਲਾਇਸੈਂਸ ਤੇ ਵੀ ਰੋਕ ਲਾਈ ਤੇ ਹੋਰ ਵੀ ਕਈ ਉਪਰਾਲੇ ਕੀਤੇ ਨੇ ਇਸ ਦੇ ਨਾਲ ਹੀ ਅਸੀਂ ਇੱਕ ਹੋਰ ਟੌਪਿਕ ਵੀ ਅੱਜ ਦੀ ਬਹਿਸ ਜਾਂ ਅੱਜ ਦੀ ਚਰਚਾ ਦੇ ਵਿੱਚ ਲਵਾਂਗੇ ਜਿਹੜਾ ਟੌਪਿਕ ਹੋਏਗਾ ਖੇਤੀ ਤੇ ਕਿਉਂਕਿ ਨਹਿਰੀ ਪਾਣੀ ਕਿਸਾਨ ਫਿਰ ਤੋਂ ਆਪਣੀ ਗੱਲਬਾਤ ਕਰ ਰਹੇ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਉੱਘੇ ਵਕੀਲ ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹਿਊਮਨ ਰਾਈਟਸ ਦੇ ਮਾਹਿਰ ਮੰਨੇ ਜਾਂਦੇ ਨੇ ਰਾਜਵਿੰਦਰ ਸਿੰਘ ਬੈਂਸ ਉਹ ਸਾਡੇ ਨਾਲ ਨੇ ਸਾਡੇ ਮਹਿਮਾਨ ਦੇ ਤੌਰ ਤੇ ਬੈਂਸ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾ ਹੀ ਕੁਐਸਚਨ ਹੈ ਮੇਰਾ ਜਿਵੇਂ ਮੈਂ ਗੱਲ ਕੀਤੀ ਹੈ ਫਾਇਰ ਜਿਹੜਾ ਹੈਗਾ ਆਰਮਸ ਤੇ ਸਟ੍ਰਿੰਜੈਂਟ ਐਕਸ਼ਨ ਲਏ ਨੇ ਪੰਜਾਬ ਸਰਕਾਰ ਨੇ ਔਰ ਨੋਟੀਫਿਕੇਸ਼ਨ ਇੱਕ ਕੱਢੀ ਸੀ ਖਾਸ ਕਰਕੇ ਇਹਨਾਂ ਨੇ ਔਰ ਜਿੱਥੋਂ ਤੱਕ ਗੱਲ ਕਰੀਏ
ਗਨ ਕਲਚਰ ਪੰਜਾਬ ਦੇ ਸੱਭਿਆਚਾਰ ਦਾ ਇੱਕ ਪਤਾ ਨਹੀਂ ਕਿਉਂ ਅਜੀਬ ਜਿਹਾ ਹਿੱਸਾ ਹੈਗਾ। ਤੁਹਾਡਾ ਫਸਟ ਕਮੈਂਟ ਚਾਹਾਂਗੀ ਮੈਂ ਇਸ 'ਤੇ। 1878 ਵਿੱਚ ਜਦੋਂ ਅੰਗਰੇਜ਼ਾਂ ਨੇ ਪਹਿਲਾ ਆਰਮਸ ਐਕਟ ਬਣਾਇਆ, ਇਹ ਅਸੀਂ ਰਿਪੀਲ ਕਰਕੇ ਦੁਬਾਰਾ ਐਕਟ ਬਣਾਇਆ ਸੀ 1959 ਦੇ ਵਿੱਚ। ਸੋ ਕਿੰਨੀ ਦੇਰ ਤੱਕ ਉਹ ਚੱਲਿਆ, ਆਲਮੋਸਟ 100 ਸਾਲ। ਤੇ ਉਦੋਂ ਪਹਿਲੀ ਵਾਰ ਇਹਨਾਂ ਨੇ ਕਿਹਾ ਸੀ ਕਿ ਇੰਡੀਅਨਸ ਨੂੰ ਆਰਮਸ ਮੈਨੂਫੈਕਚਰ ਕਰਨ ਲਈ, ਆਰਮਸ ਰੱਖਣ ਲਈ ਬੈਨ ਲਗਾਤਾ ਵਿਦਆਊਟ ਲਾਇਸੈਂਸ। ਨਟਸ਼ਲ ਹਲੇ ਵੀ ਉਹ ਕਾਨੂੰਨ ਚੱਲ ਰਿਹਾ ਕਿ ਇੰਡੀਅਨਸ ਹੁਣ ਤੱਕ ਕੋਈ ਵੀ ਸਿਟੀਜ਼ਨ, ਉਦੋਂ ਅੰਗਰੇਜ਼ਾਂ ਦੇ ਕਾਨੂੰਨ ਨਹੀਂ ਸੀ, ਉਹ ਰੱਖ ਸਕਦੇ ਸੀ ਆਰਮਸ ਵਿਦਆਊਟ ਲਾਇਸੈਂਸ, ਅਸੀਂ ਨਹੀਂ ਸੀ ਰੱਖ ਸਕਦੇ। ਔਰ ਉਹ ਡਿਬੇਟ ਬੜੇ ਸਾਲ ਚੱਲੀ ਕਿ ਉਸ ਵੇਲੇ ਮਹਾਤਮਾ ਗਾਂਧੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਉਹਨਾਂ ਨੇ ਪੂਰਾ ਹਿੰਸਾਤਮਕ ਅੰਦੋਲਨ ਕੀਤਾ ਦੇਸ਼ ਦੀ ਆਜ਼ਾਦੀ ਲਈ, ਉਹਨਾਂ ਨੇ ਵੀ ਕਿਹਾ ਸੀ ਕਿ ਜਦੋਂ ਤੁਸੀਂ ਹਿੰਦੁਸਤਾਨੀਆਂ 'ਤੇ ਬੈਨ ਲਗਾਤਾ ਆਰਮਸ ਨਾ ਰੱਖਣ ਦਾ, ਔਰ ਬਿਨਾਂ ਲਾਇਸੈਂਸ ਤੁਸੀਂ ਕਿਸੇ ਨੂੰ ਦੇਣਾ ਨਹੀਂ, ਤੁਸੀਂ ਇੱਕ ਜਿਹੜੇ ਹਿੰਦੁਸਤਾਨ ਦੀ ਆਤਮਾ 'ਤੇ ਪਾਬੰਦੀ ਲਾਤੀ ਹੈ। ਕਿਉਂਕਿ ਨਿਹੱਥਾ ਬੰਦਾ ਆਮ ਬੰਦੇ ਦੇ ਸਾਹਮਣੇ ਬਿਲਕੁਲ ਨਿਹੱਥਾ ਹੈ, ਅਪਹਾਇਜ਼ ਹੈ, ਹੈਲਪਲੈਸ ਹੈ। ਅਤੇ ਜੇ ਆਰਮਸ ਗਲਤ ਬੰਦੇ ਦੇ ਗੁੰਡਿਆਂ ਦੇ ਹੱਥ ਵਿੱਚ ਹੋਣ ਤਾਂ ਜਿਹੜੇ ਇਮਾਨਦਾਰ ਓਨੈਸਟ ਬੰਦੇ ਆ, ਬਹਾਦਰ ਬੰਦੇ ਆ, ਉਹ ਵੀ ਨਿਹੱਥੇ ਹੋ ਜਾਂਦੇ ਨੇ। ਇਸ ਲਈ ਜਦੋਂ ਆਰਮਸ ਨੂੰ ਇੰਟਰੋਡਿਊਸ ਕੀਤਾ ਗੁਰੂ ਗੋਬਿੰਦ ਸਿੰਘ ਨੇ, ਔਰ ਇਹ ਕਿਹਾ ਕਿ ਇਹਨਾਂ ਦਾ ਮਕਸਦ ਕੀ ਹੈ, ਜ਼ੁਲਮ ਕਰਨਾ ਜਾਂ ਜ਼ੁਲਮ ਨੂੰ ਡਿਫੈਂਡ ਕਰਨਾ ਜਾਂ ਜ਼ੁਲਮ ਦਾ ਮੁਕਾਬਲਾ ਕਰਨਾ। ਜਦੋਂ ਦਾ ਗਲਤ ਬੰਦਿਆਂ ਦੇ ਹੱਥ ਆਰਮਸ ਹੁੰਦੇ ਆ, ਉੱਥੇ ਜ਼ੁਲਮ ਹੁੰਦਾ, ਬਟ ਉਹਨੂੰ ਰੋਕਣ ਲਈ ਫਿਰ ਆਰਮਸ ਚਾਹੀਦੇ। ਨਿਹੱਥਾ ਬੰਦਾ ਆਮ ਬੰਦੇ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਕਿਹਾ ਜਾਂਦਾ ਕਿ ਜਦੋਂ ਕੋਈ ਜ਼ੁਲਮ ਜਾਂ ਅਪਰਾਧ ਹੁੰਦਾ ਹੈ, ਔਰ ਉਸ ਵੇਲੇ ਜੇ ਆਲੇ ਦੁਆਲੇ ਸਿਟੀਜ਼ਨ ਜਿਹੜੇ ਖੜੇ ਆ, ਆਲੇ ਦੁਆਲੇ ਜਿਹੜੇ ਨਾਗਰਿਕ ਖੜੇ ਆ, ਜੇ ਉਹਨਾਂ ਕੋਲ ਹਥਿਆਰ ਨਾ ਹੋਣ ਤਾਂ ਤੁਸੀਂ ਆਮ ਦੇਖ ਸਕਦੇ ਹੋ ਕਿ ਇੱਕ ਨਿਹੱਥੇ ਦਾ ਕਤਲ ਹੋ ਜਾਂਦਾ, ਕਰਾਊਡ ਖੜਾ ਹੈ, 100 ਬੰਦੇ ਖੜੇ ਆ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਗੋਲੀ ਵਾਲੇ ਦੀ ਉਹਨੂੰ ਰੋਕੇ। ਵੈਨ ਸਾਹਿਬ, ਇੱਥੇ ਮੇਰਾ ਇੱਕ ਕੁਐਸਚਨ, ਤੁਹਾਡਾ ਬਿਲਕੁਲ ਵਾਜਿਬ ਪੁਆਇੰਟ ਤੁਸੀਂ ਚੁੱਕਿਆ ਹੈ ਕਿ ਜਿਹੜਾ ਲਾਇਸੈਂਸਡ ਹਥਿਆਰ ਨੇ ਜਾਂ ਲਾਇਸੈਂਸਡ ਫਾਇਰ ਆਰਮਸ ਨੇ, ਉਹ ਕਿਸੇ ਵੀ ਤਰੀਕੇ ਨਾਲ ਟ੍ਰੇਸ ਡੈਫੀਨੇਟਲੀ ਹੋ ਜਾਣਗੇ ਕਿਉਂਕਿ ਉਹ ਲਾਇਸੈਂਸਡ ਨੇ। ਪਿੱਛੇ ਜਿਹੜਾ ਹੁਣ ਡਿਵੈਲਪਮੈਂਟ ਨਵੀਂ ਆਈ ਹੈ, ਹੁਣੀ ਜਿਹੜੀ ਮਾਨ ਸਰਕਾਰ ਨੇ ਕੀਤੀ, ਉਹਦੇ ਵਿੱਚ ਉਹਨਾਂ ਨੇ ਲਾਇਸੈਂਸਿਸ ਵੀ ਜਿਹੜੇ ਨੇ ਉਹ ਬੜਾ ਹੀ ਸੋਚ ਸਮਝ ਕੇ ਦੇਣ ਵਾਸਤੇ ਕਿਹਾ। ਪਹਿਲੇ STM ਦੀ ਜਿਹੜੀ ਵੈਰੀਫਿਕੇਸ਼ਨ ਵੀ ਹੋ ਜਾਂਦੀ ਸੀ, ਨਿਚਲੇ ਪੱਧਰ 'ਤੇ ਹੋ ਜਾਂਦੀ ਸੀਗੀ। ਹੁਣ ਉਹਨਾਂ ਨੇ ਕਿਹਾ ਹੈ ਕਿ DC ਹੀ ਇਹਦੀ ਵੈਰੀਫਿਕੇਸ਼ਨ ਕਰਨਗੇ, ਕਿਸੇ ਨੇ ਲਾਇਸੈਂਸ ਲੈਣਾ। ਅਤੇ ਉਸ ਦੇ ਨਾਲ ਨਾਲ ਹੀ ਸਭ ਤੋਂ ਜਿਹੜੀ ਵੱਡੀ ਗੱਲ ਸਾਹਮਣੇ ਆਈ ਹੈ, ਉਹ ਆਈ ਹੈ ਕਿ ਅੱਜ ਕੱਲ੍ਹ ਦੇ ਵਿੱਚ ਹੀ ਕਿ ਇੱਕ 10 ਸਾਲ ਦੇ ਬੱਚੇ ਨੇ ਆਪਣੀ ਸੋਸ਼ਲ ਮੀਡੀਆ 'ਤੇ ਇੱਕ ਫੋਟੋਗ੍ਰਾਫ ਪਾਤੀ, 6-7 ਸਾਲ ਕੋਈ ਪੁਰਾਣੀ ਉਹ ਫੋਟੋਗ੍ਰਾਫ ਹੋਣੀ ਹੈ, ਖਬਰ ਆਲਰੇਡੀ ਵਾਇਰਲ ਹੋਈ ਹੈ। ਉਹਦੇ ਬਾਅਦ ਅੱਜ DGP ਜਿਹੜੇ ਗੌਰਵ ਯਾਦਵ ਨੇ, ਉਹ ਮਤਲਬ ਕਿ ਅੱਗੇ ਆ ਕੇ ਗੱਲਬਾਤ ਕਰਦੇ ਨੇ ਅਤੇ ਇਸ ਤਰੀਕੇ ਦਾ ਇੱਕ ਮੈਸੇਜ ਦਿੱਤਾ ਗਿਆ ਕਿ ਡੈਫੀਨੇਟਲੀ ਹੁਣ ਜਿਹੜਾ ਹੈਗਾ ਤੁਹਾਨੂੰ 3 ਦਿਨ ਦੀ ਛੂਟ ਦਿੱਤੀ ਜਾਂਦੀ ਹੈ ਅਤੇ 3 ਦਿਨ ਦੇ ਵਿੱਚ ਤੁਸੀਂ ਆਪਣੀ ਸਵੈ ਇੱਛਾ ਦੇ ਨਾਲ ਜਿਹੜਾ ਹੈਗਾ ਉਹ ਪਿਕ ਜੇ ਕੋਈ ਪਾਈ ਹੋਈ ਹੈ ਸੋਸ਼ਲ ਮੀਡੀਆ 'ਤੇ, ਉਹ ਹਟਾ ਦਿਓ। ਇਹ ਤਾਂ ਬੱਚਿਆਂ ਵਾਲਾ ਮੈਜਰਸ ਹੈ। ਜੇ ਇੱਦਾਂ ਦੀ ਛੋਟੀਆਂ ਗੱਲਾਂ 'ਤੇ ਕ੍ਰਾਈਮ ਬੰਦ ਹੋ ਜਾਏ, ਵਾਇਲੈਂਟ ਕ੍ਰਾਈਮ ਬੰਦ ਹੋ ਜਾਏ, ਤਾਂ ਪਿਕਚਰਾਂ ਦਾ ਪਹਿਲਾਂ, ਉਸ ਤੋਂ ਪਹਿਲਾਂ ਯੁੱਗ ਸੀ ਫੇਸਬੁੱਕ ਤੋਂ ਪਹਿਲਾਂ, ਉਦੋਂ ਵੀ ਤਾਂ ਕ੍ਰਾਈਮ ਹੁੰਦੇ ਸੀ। ਜਦੋਂ ਅਖਬਾਰਾਂ ਵੀ ਨਹੀਂ ਹੁੰਦੇ ਸੀ ਪਿਕਚਰ ਦਾ ਮਤਲਬ ਕਿ ਉਦੋਂ ਵੀ ਕ੍ਰਾਈਮ ਹੁੰਦੇ ਸੀ। ਇਹ ਸੋਚਣਾ ਕਿ ਫੇਸਬੁੱਕ ਵਿੱਚ ਪਿਕਚਰਾਂ ਕਰਕੇ ਕ੍ਰਾਈਮ ਹੋ ਰਿਹਾ ਹੈ, ਇਹ ਤਾਂ ਬਿਲਕੁਲ ਬਚਕਾਨੀ ਵੀ ਗੱਲ ਹੈ। ਇਹਦੇ ਨਾਲ ਕੋਈ ਰਿਲੇਟਡ ਨਹੀਂ ਹੈ, ਕੋਈ ਬਿਲਕੁਲ ਰਿਲੇਟਡ ਨਹੀਂ ਹੈ। ਤੁਸੀਂ ਆਰਮੀ ਨੂੰ ਇੰਨਾ ਤੁਸੀਂ ਆਨਰ ਕਰਦੇ ਹੋ, ਤੁਸੀਂ ਕਿੰਨਾ ਆਰਮੀ ਨੂੰ ਅਹਿਮ ਮੰਨਦੇ ਹੋ। ਜਦੋਂ ਹਰ ਬੱਚਾ ਜਦੋਂ ਆਰਮੀ ਵਿੱਚ ਤੁਸੀਂ ਮੰਨਦੇ ਤਾਂ ਆਰਮੀ ਦੀ ਯੂਨੀਫਾਰਮ ਅਤੇ ਨਾਲ ਆਰਮੀ ਦੇ ਹਥਿਆਰ। ਤੁਸੀਂ ਸਿੱਖ ਧਰਮ ਵਿੱਚ ਹਥਿਆਰਾਂ ਨੂੰ ਕਿੰਨੀ ਜ਼ਿਆਦਾ ਇੰਪੋਰਟੈਂਸ ਦਿੰਦੇ ਹੋ। ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਹਥਿਆਰ ਆਖਰੀ ਰਸਤਾ ਹੈ ਜ਼ੁਲਮ ਦੇ ਖਿਲਾਫ ਲੜਨ ਦਾ, ਕਮਜ਼ੋਰ ਬੰਦੇ ਨੂੰ ਬਚਾਉਣ ਦਾ, ਔਰ ਬਹਾਦਰ ਬੰਦੇ ਨੂੰ ਆਪਣੀ ਬਹਾਦਰੀ ਦਿਖਾਉਣ ਦਾ। ਸੋ ਜਦੋਂ ਇਹ ਸਾਡਾ ਕਲਚਰ ਹੋਵੇ, ਉਸ ਵੇਲੇ ਤੁਸੀਂ ਜਸਟ ਬਿਕੋਜ਼ ਕਿ ਕਿਸੇ ਨੇ ਫੋਟੋ ਖਿਚਾ ਲਈ, ਔਰ ਫੋਟੋ ਦੇ ਵਿੱਚ ਤੁਸੀਂ ਕਿਵੇਂ ਪਤਾ ਲੱਗੇਗਾ ਕਿ ਅਸਲੀ ਹਥਿਆਰ ਹੈ ਉਹਦੇ ਕੋਲ। ਅਸਲੀ ਹਥਿਆਰ ਵਾਲਾ ਵੀ ਜੇ ਮੈਂ ਫੋਟੋ ਖਿਚਾ ਲਾਂ ਤਾਂ ਵੀ ਇਹ ਕੋਈ ਅਪਰਾਧ ਨਹੀਂ ਹੈ। ਮੇਰੇ ਕੋਲ ਲਾਇਸੈਂਸ ਹੋਏ ਜਾਂ ਨਾ ਹੋਏ, ਜਿਸੇ ਕੋਲ ਲਾਇਸੈਂਸ ਹੈ ਮੈਂ ਉਹਦਾ ਹਥਿਆਰ ਟੱਚ ਕਰ ਸਕਦਾ। ਕੋਈ ਬੰਦਾ ਮੈਨੂੰ ਦਿਖਾ ਸਕਦਾ ਹੈ, ਕੋਈ ਬੰਦਾ ਮੈਨੂੰ ਸਿਖਾ ਵੀ ਸਕਦਾ ਹੈ। ਜਦ ਤੱਕ ਮੈਂ ਉਹ ਹਥਿਆਰ ਯੂਜ਼ ਨਾ ਕਰਾਂ ਕਿਸੇ ਕ੍ਰਾਈਮ ਕਰਨ ਲਈ, ਉਦੋਂ ਤੱਕ ਮੈਂ ਕਿਸੇ ਦਾ ਲਾਇਸੈਂਸ ਹਥਿਆਰ ਲਾ ਕੇ ਫੋਟੋ ਖਿਚਾ ਸਕਦਾ। ਤੁਸੀਂ ਕਾਨੂੰਨ ਦੇ ਮੁਤਾਬਿਕ ਤਾਂ ਚੱਲਦੇ ਨਹੀਂ। ਤੁਸੀਂ ਬੱਚੇ ਨੂੰ, ਇਹਦਾ ਮਤਲਬ ਹੈ ਕਿ ਤੁਸੀਂ ਬਿਲਕੁਲ ਜਿੱਦਾਂ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਕਿ ਅਸੀਂ ਪੰਜਾਬ ਦਾ ਬੜਾ ਭਲਾ ਕਰ ਰਹੇ ਹਾਂ, ਇਹ ਉਹੋ ਜਿਹੇ ਇਸ਼ਤਿਹਾਰੀ
ਇੱਕ ਤਰੀਕਾ ਹੈ, ਤੁਸੀਂ ਸੋਚਦੇ ਹੋ ਕਿ ਲੋਕ ਇਸ ਨਾਲ ਬੇਵਕੂਫ ਬਣ ਜਾਣਗੇ। ਅਸਲੀ ਗੱਲ ਹੈ ਕਿ ਤੁਹਾਨੂੰ ਹਥਿਆਰਾਂ ਨੂੰ ਫੜਨਾ ਪੈਣਾ। ਅਸਲੀ ਗੱਲ ਹੈ ਕਿ ਤੁਹਾਨੂੰ ਆਪਣੇ ਪੁਲਿਸ ਐਡਮਿਨਿਸਟ੍ਰੇਸ਼ਨ, ਆਪਣੀ ਇੰਟੈਲੀਜੈਂਸ ਨੂੰ ਟੋਨ ਅਪ ਕਰਨਾ ਪੈਣਾ। ਅਸਲੀ ਗੱਲ ਹੈ ਕਿ ਤੁਹਾਨੂੰ ਇਮਾਨਦਾਰ ਬਰੇਵ ਅਫਸਰਾਂ ਨੂੰ ਕਮਾਂਡ ਦੇਣੀ ਪੈਣੀ ਹੈ ਔਰ ਕਰਪਟ ਅਫਸਰਾਂ ਨੂੰ ਵਾਪਸ ਪੁਲਿਸ ਲਾਈਨ ਭੇਜਣਾ ਪੈਣਾ। ਉਹ ਜਿਹੜੇ ਰੀਅਲ ਮੈਜਰਸ ਹੈ ਉਹਨੂੰ ਤਾਂ ਰੋਕਦੇ ਨਹੀਂ। ਰਾਦਰ ਤੁਹਾਨੂੰ ਚਾਹੀਦਾ ਕਿ ਜਿੰਨੇ ਤੁਹਾਨੂੰ ਲੱਗਦਾ ਕਿ ਪਿੰਡ ਵਿੱਚ ਬਿਲਕੁਲ ਜਿਹਦਾ ਕਲੀਨ ਰਿਕਾਰਡ ਹੈ ਐਕਸ ਸਰਵਿਸਮੈਨ, ਉਹਨਾਂ ਨੂੰ ਹਥਿਆਰ ਦਿਓ ਤਾਂ ਕਿ ਪਿੰਡ ਵਿੱਚ ਕਿਸੇ ਗੁੰਡੇ ਦੀ ਹਿੰਮਤ ਨਹੀਂ ਪਾਵੇਗੀ ਕਿ ਕਿਸੇ ਨੂੰ ਛੇੜ ਸਕੇ ਜਾਂ ਕਿਸੇ ਤੇ ਜ਼ੁਲਮ ਕਰ ਸਕੇ। ਜਦ ਤੁਸੀਂ ਇੰਨੇ ਜ਼ਿਆਦਾ ਗੁੱਡ ਕਰੈਕਟਰ ਦੇ ਬੰਦੇ ਹਰ ਜਗ੍ਹਾ ਅਵੇਲੇਬਲ ਹੈ, ਉਹਨਾਂ ਨੂੰ ਆਰਮਡ ਕਰੋ। ਗਰੀਬ ਬੰਦੇ ਨੂੰ ਹਥਿਆਰ ਦਿਓ ਤਾਂ ਕਿ ਤੁਹਾਨੂੰ ਹਰ ਬੰਦੇ ਨੂੰ ਗਾਰਡ ਨਾ ਦੇਣਾ ਪੈਣ। ਹਰ ਬੰਦਾ ਆਪਣਾ ਡਿਫੈਂਡ ਕਰ ਸਕਦਾ ਹੈ ਔਰ ਆਪਣੀ ਡਿਫੈਂਸ ਜੋ ਕਰ ਸਕਦਾ, ਔਰ ਉਹਦੇ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਪਿੰਡ ਵਿੱਚ 4 ਬੰਦੇ ਆਰਮਡ ਹੈ, ਉੱਥੇ ਗੁੰਡਾਗਰਦੀ ਵੈਸੇ ਬੰਦ ਹੋ ਜਾਂਦੀ, ਅਨਲੈਸ ਗੁੰਡਿਆਂ ਕੋਲ ਹਥਿਆਰ ਹੋਣ। ਔਰ ਜਦੋਂ ਆਪਾਂ ਨੂੰ ਪਤਾ ਕਿ ਕ੍ਰਾਈਮ ਐਨਾਲਿਸਿਸ ਦੇਖ ਲਓ, ਤੁਸੀਂ ਹਰ ਸਾਲ ਦੇ ਐਨਾਲਿਸਿਸ ਦੇਖੋ, ਲਾਇਸੈਂਸ ਵੈਪਨ ਦਾ ਕ੍ਰਾਈਮ ਤਾਂ ਪੈਸ਼ਨ ਦਾ ਕ੍ਰਾਈਮ ਹੋ ਸਕਦਾ, ਐਨਮਿਟੀ ਦਾ ਕ੍ਰਾਈਮ ਹੋ ਸਕਦਾ, ਕਿ ਇੱਦਾਂ ਦਾ ਆਰਗੇਨਾਈਜ਼ਡ ਕ੍ਰਾਈਮ ਤਾਂ ਕਦੀ ਲਾਇਸੈਂਸ ਵੈਪਨ ਹੁੰਦਾ ਹੀ ਨਹੀਂ। ਆਰਗੇਨਾਈਜ਼ਡ ਕ੍ਰਾਈਮ ਹੀ ਸਾਰਾ ਖਤਰਨਾਕ ਹੈ। ਜੇ ਪੰਜਾਬ ਨੂੰ ਡਿਸਟਰਬ ਕੰਡੀਸ਼ਨ ਹਰ ਰਹੀ ਹੈ ਤੇ ਆਰਗੇਨਾਈਜ਼ਡ ਕ੍ਰਾਈਮ ਹੈ। ਜਿਹੜੇ ਬੰਦੇ ਮਾਰ ਰਹੇ ਆ, ਜਿਹੜੇ 2-4 ਕਿਲਿੰਗ ਹੋਈਆਂ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਫਿਕਰ ਵੀ ਹੈ ਔਰ ਹਾਲਾਤ ਖਰਾਬ ਵੀ ਹੋਏ ਨੇ, ਉਹ ਸਾਰੀਆਂ ਬੜੇ ਗੈਂਗਸਟਰ ਦੀਆਂ ਹੈਗੀਆਂ। ਉੱਥੇ ਵੈਪਨਸ ਬਾਹਰੋਂ ਆਇਆ, ਅੰਦਰੋਂ ਆਇਆ, ਸੋਫਿਸਟੀਕੇਟਡ ਵੈਪਨ ਹੈ। ਉਹ ਬੰਦੇ ਤਾਂ ਆਮ ਬੰਦੇ ਕੋਲ ਉੱਦਾਂ ਦੇ ਵੈਪਨ ਨਾ ਅਵੇਲੇਬਿਲਿਟੀ ਹੈ, ਨਾ ਉਹ ਖਰੀਦ ਸਕਦੇ, ਨਾ ਉਹਨਾਂ ਦੀ ਸਮਰੱਥਾ ਹੈ। ਮੇਰੇ ਖਿਆਲ ਚ ਜਿਹੜਾ ਸੋਫਿਸਟੀਕੇਟਡ ਵੈਪਨ ਹੈਗਾ ਸ਼ਾਇਦ ਉਹਦਾ ਤਾਂ ਲਾਇਸੈਂਸ ਵੀ ਛੇਤੀ ਨਹੀਂ ਮਿਲਦਾ। ਪ੍ਰੋਹਿਬਿਟਡ ਬੋਰਡ ਦਾ ਲਾਇਸੈਂਸ ਤਾਂ ਦਿੰਦੇ ਹੀ ਨਹੀਂ, ਉਹ ਤਾਂ ਬਹੁਤ ਘੱਟ ਬੰਦੇ ਦਿੰਦੇ ਆ। ਆਮ ਬੰਦੇ ਕੋਲ ਜਿਹੜਾ ਮਿਲਦਾ ਛੋਟੀ ਮੋਟੀ ਰਿਵਾਲਵਰ ਜਾਂ ਛੋਟੀ ਮੋਟੀ ਗਨਸ ਹੈ, ਉਹਦੇ ਨਾਲ ਸਿਰਫ ਆਪਣਾ ਤੁਸੀਂ ਡਿਫੈਂਡ ਹੀ ਕਰ ਸਕਦੇ ਹੋ। AK-47 ਦਾ ਇਜ਼ ਅ ਪ੍ਰੋਹਿਬਿਟ, ਉਹ ਵੀ ਨਹੀਂ ਮਿਲਦਾ ਲਾਇਸੈਂਸ। ਸੋ ਜਿਹੜੇ ਲਾਇਸੈਂਸ ਨਾਲ ਕ੍ਰਾਈਮ ਹੋਏ ਨਹੀਂ, ਇਹ ਕੋਈ ਸਿੰਪਲ ਪਿਸਟਲਾਂ ਨਾਲ ਕ੍ਰਾਈਮ ਨਹੀਂ ਹੋਏ। ਜਿਹੜੇ ਕ੍ਰਾਈਮ ਐਡੇ ਵੱਡੇ ਨੇ, ਤੁਸੀਂ ਉਹਨਾਂ ਨੂੰ ਕਿਉਂ ਮਿਸਲੀਡ ਕਰ ਰਹੇ ਹੋ ਲੋਕਾਂ ਨੂੰ, ਔਰ ਕਿਉਂ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਖਰੇ ਫੇਸਬੁੱਕ ਤੇ ਫੋਟੋਆਂ ਬੰਦ ਕਰਕੇ ਕ੍ਰਾਈਮ ਬੰਦ ਹੋ ਜਾਏਗਾ। ਇੰਨੀ ਪੁਰਾਣੀ ਲਾਅ ਐਂਡ ਆਰਡਰ ਦੀ ਹਿਸਟਰੀ ਹੈ ਸਾਡੇ ਕੋਲ, ਇੰਨੇ ਜ਼ਿਆਦਾ ਲੰਬੇ ਸਿਰੇ ਤੋਂ ਜਾਂ 200 ਸਾਲ ਦੇ ਘੱਟੋ ਘੱਟ ਪੁਲਿਸ ਹਿਸਟਰੀ ਹੈ। ਉਹਨਾਂ ਨੇ ਕ੍ਰਾਈਮ ਨੂੰ ਕਿੱਦਾਂ ਖਤਮ ਕੀਤਾ, ਡਕੋਇਟੀ ਨੂੰ ਖਤਮ ਕਿੱਦਾਂ ਕੀਤਾ, ਬ੍ਰਿਟਿਸ਼ ਨੇ ਕਿੰਨੀ ਜਗ੍ਹਾ ਇੰਨੇ ਵੱਡੇ ਨੈਸ਼ਨਲ ਮੂਵਮੈਂਟਸ ਨੂੰ ਖਤਮ ਕੀਤਾ। ਤੁਹਾਨੂੰ ਪਤਾ ਨਹੀਂ ਕਿ ਬੇਸਿਕ ਪੁਲਿਸਿੰਗ ਮੈਥਡ ਕੀ ਹੈ। ਇੰਨੇ ਐਕਸਪੀਰੀਅੰਸ ਆਫਿਸਰਸ ਹੈ। ਫਾਈਨਲੀ ਫੇਕ ਐਨਕਾਊਂਟਰ ਵੀ ਮੈਥਡ ਨਹੀਂ ਹੈ। ਜੇ ਡਕੋਇਟੀ ਖਤਮ ਹੋਈ ਸੀ ਤਾਂ ਉਹਨਾਂ ਨੇ ਹਰ ਬੰਦੇ ਨੂੰ ਉੱਥੇ ਪਿੰਡ ਵਿੱਚ ਜਾ ਕੇ ਟ੍ਰਾਇਲ ਕਰਕੇ ਤਾਂ ਫਾਂਸੀ ਲਗਾਈ। ਸਟ੍ਰਿਕਟ ਹੋਣਾ ਹੋਰ ਚੀਜ਼ ਹੈ, ਫੇਅਰ ਹੋਣਾ ਹੋਰ ਚੀਜ਼ ਹੈ, ਮਗਰ ਜਦ ਤੱਕ ਲੋਕਾਂ ਦੇ ਕੰਸੈਂਟ ਨਾਲ ਤੁਸੀਂ ਪਨਿਸ਼ਮੈਂਟ ਨਹੀਂ ਦਿੰਦੇ, ਕਿਉਂਕਿ ਜਦੋਂ ਤੁਸੀਂ ਉਹੀ ਮਾਰ ਦਿੰਦੇ ਹੋ ਉਦੋਂ ਵੀ ਕ੍ਰਾਈਮ ਖਤਮ ਹੁੰਦਾ ਹੈ। ਬੈਂਸ ਸਾਹਿਬ, ਇਹਦੇ ਵਿੱਚ ਉਹੀ ਵਾਲੀ ਗੱਲ ਫਿਰ ਆ ਜਾਂਦੀ ਹੈ ਕਿ ਕਾਨੂੰਨ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਜਿਹੜਾ ਮਤਲਬ ਕਾਨੂੰਨੀ ਪੱਖ ਹੈ, ਲਾਅ ਜਿਹੜਾ ਹੈਗਾ ਉਹ ਇਹਦੇ ਵਿੱਚ ਕੀ ਗੱਲਾਂ ਕਹਿੰਦਾ। ਦੂਸਰੀ ਸਭ ਤੋਂ ਵੱਡੀ ਗੱਲ ਜਿਹੜੀ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਉਸ 'ਤੇ ਸ਼ੋਕੇਸ ਕਰਨ 'ਤੇ ਜਿਹੜਾ ਪਾਬੰਦੀ ਲਾ ਦਿੱਤੀ ਹੈਗੀ ਹੈ, ਜਾਂ ਬੜੇ ਕੇਸਿਸ ਜਿਹੜੇ ਨੇ ਹਾਲ ਹੀ ਦੇ ਵਿੱਚ ਬੜੇ ਰਜਿਸਟਰ ਹੋਏ ਨੇ, ਉਹ ਸਾਰੀਆਂ ਗੱਲਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਕੀ ਕੋਈ ਫਰਕ ਪਏਗਾ ਜੇ ਆਪਾਂ ਇੱਕ ਇਸ ਤਰੀਕੇ ਨਾਲ ਵੀ ਇਹਨੂੰ ਦੇਖ ਲਈਏ, ਇਸ ਪੁਆਇੰਟ ਆਫ ਵਿਊ ਨਾਲ ਵੀ, ਕਿ ਮੈਸੇਜ ਦੇਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਅਨਸੋਸ਼ਲ ਐਲੀਮੈਂਟਸ ਨੂੰ ਜਾਂ ਫਿਰ ਗੈਂਗਸਟਰਸ ਨੂੰ ਜਾਂ ਜਿਹੜੇ ਵੀ ਕ੍ਰਿਮੀਨਲ ਹੈਗੇ ਨੇ, ਉਹਨਾਂ ਨੂੰ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ। ਤੁਹਾਨੂੰ ਲੱਗਦਾ ਹੈ ਕਿਉਂਕਿ ਕਾਨੂੰਨੀ ਪੱਖ ਤੋਂ ਤੁਹਾਡਾ ਬੜਾ ਲੰਬਾ ਤਜਰਬਾ ਹੈਗਾ, ਬੜੇ ਡਿਫਰੈਂਟ ਐਂਗਲਸ ਤੋਂ ਡਿਫਰੈਂਟ ਤਰੀਕੇ ਦੇ ਕੇਸਿਸ ਤੁਸੀਂ ਹਮੇਸ਼ਾ ਹੈਂਡਲ ਕੀਤੇ ਆ। ਰਾਈਟ ਨਾਓ ਜਿਹੜਾ ਤੁਸੀਂ ਕਹਿੰਦੇ ਗੈਂਗਸਟਰ ਐਕਸਟੋਰਸ਼ਨ ਵੱਧ ਰਿਹਾ, ਐਕਸਟੋਰਸ਼ਨ ਜੇਲ੍ਹ ਤੋਂ ਮੇਜਰ ਚਾਰ ਗੈਂਗਸਟਰ ਜਿਹੜੇ ਮੇਜਰ ਬੈਠੇ ਆ ਜੇਲ੍ਹਾਂ ਵਿੱਚ ਤੁਹਾਨੂੰ ਫੋਨ ਕਰ ਰਹੇ ਨੇ। ਫੋਨ ਤੁਸੀਂ ਆਪ ਪ੍ਰੋਵਾਈਡ ਕਰ ਰਹੇ ਹੋ। ਲਾਰੈਂਸ ਬਿਸ਼ਨੋਈ ਦੇ ਐਕਸਟੋਰਸ਼ਨ ਦੇ ਫੋਨ ਲੋਕਾਂ ਨੇ ਆਪ ਰਿਕਾਰਡ ਕਰਕੇ ਇੰਟਰਨੈਟ 'ਤੇ ਸੋਸ਼ਲ ਮੀਡੀਆ 'ਤੇ ਪਾਏ ਹੋਏ। ਸੋ ਜਦੋਂ ਤੁਸੀਂ ਇੰਨੀ ਆਜ਼ਾਦੀ ਦੇ ਰਹੇ ਹੋ, ਜਦੋਂ ਉਹਨਾਂ ਨੂੰ ਪੁੱਛਦੇ ਆ ਕਹਿੰਦੇ ਸਾਨੂੰ ਫਿਰ ਪਤਾ ਨਹੀਂ ਲੱਗਦਾ, ਕਿਉਂਕਿ ਨਾ ਫਿਰ ਅਸੀਂ ਮੋਨੀਟਰ ਕਰ ਲੈਂਦੇ, ਸਾਨੂੰ ਪਤਾ ਲੱਗ ਜਾਂਦਾ। ਬਟ ਜੇ ਤੁਸੀਂ ਸਾਨੂੰ ਪਤਾ ਵੀ ਲੱਗ ਗਿਆ ਉਸ ਤੋਂ ਬਾਅਦ ਵੀ ਤੁਸੀਂ ਐਕਸਟੋਰਸ਼ਨ ਰੋਕ ਨਹੀਂ ਪਾ ਰਹੇ, ਤਾਂ ਤੁਸੀਂ ਘੱਟੋ ਘੱਟ ਟੈਲੀਫੋਨ ਤਾਂ ਲੈ ਲਓ। ਜਿਹੜਾ ਜੇਲ੍ਹ ਵਿੱਚ ਬੈਠਾ ਗੈਂਗਸਟਰ ਕੰਪਲੀਟਲੀ ਹੈਲਪਲੈਸ ਹੈ, ਜੇ ਉਹਦੇ ਮੀਨਸ ਆਫ ਕਮਿਊਨੀਕੇਸ਼ਨ ਤੁਸੀਂ ਬੰਦ ਕਰ ਦੇ, ਇੰਨਾ ਆਸਾਨ ਤਰੀਕਾ ਤੁਸੀਂ ਕਿਉਂ ਨਹੀਂ ਕਰ ਰਹੇ? ਇਸ ਤੋਂ ਡਾਊਟ ਹੁੰਦਾ ਕਿ ਤੁਸੀਂ ਕਰਨਾ ਵੀ ਚਾਹੁੰਦੇ ਹੋ ਕਿ ਨਹੀਂ। ਬੜੀ ਫੇਮਸ ਸਟੇਟਮੈਂਟ ਹੈ KPS ਗਿੱਲ ਦੀ, ਜਿਹਦੇ ਬਾਰੇ ਅਸੀਂ ਇੰਨਾ ਕੁਛ ਅਪੋਜ਼ ਵੀ ਕੀਤਾ, ਬਟ ਉਹਦੀ ਕਈ ਸਟੇਟਮੈਂਟਾਂ ਬਿਲਕੁਲ ਠੀਕ ਸੀ। ਕਹਿੰਦੇ ਜਿੱਦਣ ਕਮਿਊਨਲ ਰਾਈਟਸ ਆਪਾਂ ਚਾਹਾਂਗੇ ਉਦੋਂ ਅਸੀਂ ਬੰਦ ਕਰਾ ਸਕਦੇ, ਜਿੱਦਣ ਅਸੀਂ ਟੈਰਰਿਜ਼ਮ ਚਾਹਾਂਗੇ ਉਦੋਂ ਬੰਦ ਕਰਾ ਸਕਦੇ। ਇਹਦਾ ਕੀ ਮਤਲਬ ਹੈ? ਤੇ ਤੁਸੀਂ ਇਹਦਾ ਕਾਨੂੰਨੀ ਪੱਖ ਕੀ ਦੇਖਦੇ ਹੋ ਵੀ ਕਾਨੂੰਨ 'ਚ ਕਿਸ ਤਰੀਕੇ ਦੀਆਂ ਹੈਗੀਆਂ, ਜਾਂ ਫਿਰ ਮਤਲਬ ਇਹਦਾ ਕੀ ਵਿਊ ਪੁਆਇੰਟ ਕਿਵੇਂ ਤੁਸੀਂ? ਕਾਨੂੰਨ ਤਾਂ ਦੇਖੋ ਜਦ ਤੱਕ ਸਜ਼ਾ ਸੋਸਾਇਟੀ ਦੇ ਕੰਸੈਂਟ ਨਾਲ ਨਾ ਲੱਗ ਹੋਏ ਉਦੋਂ ਤੱਕ ਸੋਸਾਇਟੀ ਐਕਸੈਪਟ ਨਹੀਂ ਕਰਦੀ। ਜਦੋਂ ਅਸੀਂ ਬਾਰ-ਬਾਰ ਜਦੋਂ ਕਹਿੰਦੇ ਅਸੀਂ ਕਾਨੂੰਨ ਦਾ ਰਾਜ ਹੈ, ਤਾਂ ਸਜ਼ਾ ਅਲਟੀਮੇਟਲੀ ਅਦਾਲਤ ਨੂੰ ਦੇਣੀ ਚਾਹੀਦੀ ਹੈ, ਨਾ ਕਿ ਪੁਲਿਸ ਅਫਸਰ ਨੂੰ। ਜੇ ਪੁਲਿਸ ਅਫਸਰ ਦੀ ਸਭ ਤੋਂ ਵੱਡੀ ਐਕਸਕਿਊਜ਼ ਹੈ ਕਿ ਜੇ ਅਸੀਂ ਫੜਦੇ ਹਾਂ ਤਾਂ ਅਦਾਲਤਾਂ ਉਹਨਾਂ ਨੂੰ ਜ਼ਮਾਨਤ ਦਿੰਦੀਆਂ, ਔਰ ਅਦਾਲਤਾਂ ਫੈਸਲੇ ਨਹੀਂ ਕਰਦੇ ਕਈ ਸਾਲਾਂ, ਤਾਂ ਫਿਰ ਸੋਲਿਊਸ਼ਨ ਤਾਂ ਫਾਸਟਰ ਸਿਸਟਮ ਹੈ। ਫੌਜ ਨੇ ਵੀ ਤਾਂ ਮਾਰਸ਼ਲ ਕੋਰਟਸ ਬਣਾਉਂਦੇ ਆ,
ਉਹ ਵੀ ਕਿਉਂ ਨਹੀਂ ਦਿੰਦੇ ਕਿ ਆਪਾਂ ਗੋਲੀ ਮਾਰਦੇ? ਉਹਨਾਂ ਕੋਲ ਤਾਂ ਬਹੁਤ, ਉਹ ਵੀ ਤਾਂ ਕੋਰਟ ਮਾਰਸ਼ਲ ਕਰਦੇ ਨੇ, ਉਹ ਵੀ ਕਿ ਸੋਚ ਕੇ ਕੁਝ ਮੁਕੱਦਮਾ ਚਲਾ ਕੇ ਫਿਰ ਲੜਾਈ ਦੇ ਵਿੱਚ ਵੀ ਉਹ ਮੁਕੱਦਮਾ ਚਲਾ ਕੇ ਫਿਰ ਫਾਇਰਿੰਗ ਸਕੁਆਡ ਦੇ ਭੇਜਦੇ। ਤੇ ਜੇ ਉਹਨਾਂ ਨੂੰ ਵੀ ਇੰਨੀ ਸਮਝ ਹੈ ਕਿ ਜਦੋਂ ਸਾਰੀ ਪਲਟਨ ਦੇ ਕੰਸੈਂਟ ਨਾਲ ਕਿਸੇ ਨੇ ਕ੍ਰਾਈਮ ਕੀਤਾ, ਉਹਨੂੰ ਦੱਸ ਕੇ ਸਮਝਾ ਕੇ ਜਦੋਂ ਸਬੂਤ ਆ ਗਏ ਫਿਰ ਉਹਨੂੰ ਗੋਲੀ ਮਾਰੋ। ਤੇ ਫਿਰ ਪੁਲਿਸ ਨੂੰ ਕਿਉਂ ਨਹੀਂ ਪਤਾ, ਜਿਹਦੀ ਸਾਰੀ ਟ੍ਰੇਨਿੰਗ ਇਹ ਹੈ ਕਿ ਅਸੀਂ ਐਵੀਡੈਂਸ ਇਕੱਠਾ ਕਰਕੇ ਇੱਕ ਇੰਡੀਪੈਂਡੈਂਟ ਜੱਜ ਨੂੰ ਦਿਖਾ ਕੇ ਉਹਨੂੰ ਸਮਝਾ ਕੇ ਫਿਰ ਉਹਨੂੰ ਫਾਂਸੀ 'ਤੇ ਟੰਗਣਾ। ਫਾਂਸੀ ਦੀ ਸਜ਼ਾ ਇਸ ਮੁਲਕ ਵਿੱਚ ਹੋ ਸਕਦੀ ਹੈ, ਤੇ ਜੇ ਫਾਂਸੀ ਤੁਸੀਂ ਇਹਨਾਂ ਗੈਂਗਸਟਰ ਨੂੰ ਦੇ ਸਕਦੇ ਫਿਰ ਕਿਹਨਾਂ ਨੂੰ ਦਿਓਗੇ? ਜੇ ਤੁਸੀਂ 24 ਮਰਡਰ ਦੇ ਕੇਸ 64 64 68 ਜੱਗੂ ਭਗਵਾਨਪੁਰੀ, ਇਹ ਸਾਰੇ ਜਿਹੜੇ ਬੰਦੇ ਨੇ ਇੰਨੇ ਕੇਸ ਦਰਜ ਹੈ, ਫਿਰ ਉਹ ਕੇਸ ਅੱਗੇ ਕਿਉਂ ਨਹੀਂ ਵਧ ਰਹੇ? ਸੋ ਜਿਹੜੀ ਸੋਲੂਸ਼ਨ ਉਹਦੇ 'ਚ ਹਾਰਡ ਵਰਕ ਲੱਗਦਾ ਹੈ, ਉਹਦੇ 'ਚ ਮਿਹਨਤ ਲੱਗਦੀ ਹੈ, ਉਹਦੇ 'ਚ ਤੁਹਾਨੂੰ ਐਵੀਡੈਂਸ ਇਕੱਠਾ ਕਰਨਾ ਪੈਂਦਾ। ਤੁਹਾਡੇ ਕੋਲ ਸਾਰੀਆਂ ਟੈਲੀਫੋਨ ਕਨਵਰਸੇਸ਼ਨਸ ਹੈਗੀਆਂ, ਸਾਡੇ ਕੋਲ ਸਾਰੀ ਰਿਕਾਰਡਿੰਗ ਹੋ ਰਹੀ ਹੈ, ਜੇਲ੍ਹ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ ਕਿ ਸਾਨੂੰ ਇੰਟੈਲੀਜੈਂਸ ਮਿਲਦੀ ਹੈ। ਜਦੋਂ ਇਹ ਸਾਰਾ ਸਿਸਟਮ ਤੁਸੀਂ ਆਪ ਹੀ ਚਲਾ ਰਹੇ ਹੋ, ਤੁਸੀਂ ਚਾਹੁੰਦੇ ਕਿ ਸਾਨੂੰ ਇੰਟੈਲੀਜੈਂਸ ਲਈ ਇਸ ਕਰਕੇ ਆਪਾਂ ਫੋਨ ਪ੍ਰੋਵਾਈਡ ਕਰਦੇ ਹਾਂ। ਯਾਰ ਇਹ ਸਭ ਨੂੰ ਪਤਾ ਹੀ ਹੈ, ਪਬਲਿਕ ਨੌਲੇਜ ਹੈ ਕਿ ਜੇਲ੍ਹ ਦੇ ਵਿੱਚ ਟੌਪ ਕ੍ਰਿਮੀਨਲ ਨੂੰ ਫੋਨ ਪ੍ਰੋਵਾਈਡ ਕੀਤੇ ਜਾਂਦੇ, ਉਹ ਫਿਰ ਮੋਨੀਟਰਿੰਗ ਕਰਦੇ ਆ ਇੰਟੈਲੀਜੈਂਸ ਏਜੰਸੀ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ। ਇਹਨਾਂ ਦੀ ਹੈਲਪਫੁਲ ਵੀ ਹੁੰਦੀ ਹੈ, ਮਗਰ ਉਹਦਾ ਨੁਕਸਾਨ ਕਿੰਨਾ ਹੈ ਕਿ ਨਾਲ ਦੇ ਨਾਲ ਐਕਸਟੋਰਸ਼ਨਾਂ ਸ਼ੁਰੂ ਹੋ ਜਾਂਦੀਆਂ। ਉਹੀ ਐਕਸਟੋਰਸ਼ਨਾਂ ਵਿੱਚ ਪੈਸੇ ਯੂਜ਼ ਕਰਦੇ ਆ, ਔਰ ਛੋਟੇ ਛੋਟੇ ਮੁੰਡਿਆਂ ਨੂੰ ਰਿਕਰੂਟ ਕਰਕੇ 50 ਕਿਸੇ ਨੂੰ ਦੇ ਕੇ 50,000 ਦੇ ਕੇ 2 ਲੱਖ ਦੇ ਕੇ ਮਰਡਰ ਕਰਵਾਈ ਜਾਂਦੇ ਨੇ। ਸੋ ਜਦ ਇੰਨਾ ਸਿਸਟਮ ਸਿੰਪਲ ਹੈ, ਸਟ੍ਰੇਟ ਹੈ, ਤਾਂ ਫਿਰ ਜਦ ਸਰਕਾਰ ਨਾ ਕਰ ਸਕੇ ਤਾਂ ਫਿਰ ਤਾਂ ਇਹਦਾ ਮਤਲਬ ਈਦਰ ਦੇ ਬਹੁਤ ਹੀ ਇਨਕੈਪੇਬਲ ਹੈ। ਮਰ ਇਨਕੈਪੇਬਲ ਆਪਾਂ ਕਿਵੇਂ ਕਹੀਏ? ਇਹੀ ਐਡੀ ਵੱਡਾ ਸਿਸਟਮ ਹੋਵੇ, ਇੰਨਾ ਪੁਰਾਣਾ ਢਾਂਚਾ ਹੋਵੇ ਪੁਲਿਸ ਦਾ, ਔਰ ਅਸੀਂ ਇੰਨੀ ਛੋਟੀ ਜੀ 10 20 50 ਕਿੰਨੇ ਹੋਣੇ 100 ਗੈਂਗਸਟਰ ਤੋਂ ਜ਼ਿਆਦਾ ਪੰਜਾਬ ਵਿੱਚ ਹਨ, ਤਾਂ ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। 75,000 ਪੁਲਿਸ ਫੋਰਸ ਹੋਵੇ, ਇੰਨੇ DGP ਹੋਣ, ਇੰਨੀ IG ਹੋਣ, ਇੰਨੇ SP ਹੋਣ, ਇੰਨੀ ਸਪੋਰਟ ਹੋਵੇ ਜਨਤਾ ਨੂੰ, ਸਰਕਾਰ ਨੂੰ ਜਨਤਾ ਦੀ, ਔਰ ਉਸ ਤੋਂ ਬਾਅਦ ਤੁਸੀਂ ਆਪਣੇ ਆਪਣਾ ਹੈਲਪਲੈਸ ਲੈ ਕੇ ਬੈਠੇ ਰਹੋ ਕਿ ਅਸੀਂ ਐਕਸਟੋਰਸ਼ਨ ਰੋਕ ਨਹੀਂ ਸਕਦੇ। ਇਹ ਤਾਂ ਕਿਵੇਂ ਲੋਕ ਕਿਉਂ ਐਕਸੈਪਟ ਕਰਨਗੇ? ਇਸ ਲਈ ਇੰਨੀ ਜਲਦੀ ਰਿਜ਼ੈਂਟਮੈਂਟ ਦੁਬਾਰਾ ਸ਼ੁਰੂ ਹੋ ਗਈ। ਇੰਨੀ ਪਪੂਲਰ ਗਵਰਨਮੈਂਟ ਦੀ ਇੰਨੀ ਜਲਦੀ ਅਨਪਪੂਲਰ ਹੋਣਾ ਸਿੱਧੀ ਜੀ ਗੱਲ ਹੈ ਕਿ ਕਿਸੇ ਨੂੰ ਵੀ, ਕਿਸੇ ਦੇ ਥੱਲੇ ਵੀ ਇਹਨਾਂ ਨੂੰ ਕਿਸੇ ਨੂੰ ਵੀ ਇਹ ਠੀਕ ਨਹੀਂ ਲੱਗਦਾ ਕਿ ਸਿੰਸੀਅਰਲੀ ਇਹ ਕ੍ਰਾਈਮ ਨੂੰ ਕੰਟਰੋਲ ਕਰਨ ਉਹਨਾਂ ਕੋਲ ਯੋਗਤਾ ਵੀ ਹੈ ਕਿ ਨਹੀਂ, ਉਹ ਕਰ ਵੀ ਰਹੇ ਐਫਰਟ ਕਿ ਨਹੀਂ। ਬਹੁਤ ਹੀ ਸਵਾਲ ਖੜੇ ਕਰ ਦਿੱਤੇ ਨੇ। ਜੇ ਅਸੀਂ ਗੱਲ ਕਰੀਏ, ਬਹੁਤ ਸੀਨੀਅਰ ਵਕੀਲ ਨੇ, ਬਹੁਤ ਵੱਡਾ ਤਜਰਬਾ ਲੈ ਕੇ ਚੱਲ ਰਹੇ ਨੇ, ਤੇ ਹੋਰ ਵੀ ਕਈ ਗੱਲਾਂ 'ਚ ਉਹ ਹਮੇਸ਼ਾ ਆਪਣੀ ਜਿਹੜੀ ਹੈ ਹਿੱਸੇਦਾਰੀ ਪਾਉਂਦੇ ਰਹੇ ਨੇ। ਕਿਸਾਨ ਮੋਰਚੇ ਦੀ ਗੱਲ ਕਰ ਲਈਏ ਤੇ ਉੱਥੇ ਉਹਨਾਂ ਨੇ ਆਪਣੀਆਂ ਵਿਚਾਰਾਂ ਬਹੁਤ ਚੰਗੇ ਤਰੀਕੇ ਨਾਲ ਸਾਂਝੀਆਂ ਕੀਤੀਆਂ। ਕਾਨੂੰਨੀ ਪੱਖ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਤਰੀਕੇ ਨਾਲ ਹਮੇਸ਼ਾ ਰੱਖਦੇ ਆ। ਮੈਂ ਸਭ ਹੁਣ ਆਪਾਂ ਟੌਪਿਕ ਜੇ ਦੂਸਰੇ ਟੌਪਿਕ 'ਤੇ ਆਪਣੇ 'ਤੇ ਆਈਏ, ਚਰਚਾ ਵਿਚਾਰ ਦੇ ਵਿੱਚ ਲੈ ਕੇ ਆਈਏ। ਤੇ ਪਿਛਲੇ ਦਿਨੀ ਤੁਸੀਂ ਹੁਣੀ ਕੀ ਸਪੀਕਰ ਦੇ ਤੌਰ 'ਤੇ ਗਏ ਸੀਗੇ, ਪਾਣੀ ਤੇ ਫਿਰ ਤੋਂ ਜਿਹੜਾ ਕਿਸਾਨ ਹੈ ਇਕੱਠਾ ਹੋ ਰਿਹਾ, ਪਾਣੀ ਦੀ ਜਿਹੜੀ ਘਾਟ ਲਗਾਤਾਰ ਹੋ ਰਹੀ ਹੈ, ਤੇ SOIL ਦੇ ਮੁੱਦੇ ਤੇ ਵੀ ਪਿਛਲੇ ਦਿਨੀ ਕਿਸਾਨਾਂ ਨੇ ਆਵਾਜ਼ ਚੁੱਕੀ ਸੀਗੀ। ਉਹਨਾਂ ਦੀਆਂ ਮੰਗਾਂ ਲਗਾਤਾਰ ਜਿਹੜੀਆਂ ਉਹ ਬਰਕਰਾਰ ਨੇ। MSP ਦੀ ਚਾਹੇ ਗੱਲ ਕਰ ਲਈਏ ਜਾਂ ਫਿਰ ਜਿਹੜੇ ਕੇਸਿਸ ਹੋਏ ਸੀਗੇ ਕਿਸਾਨ ਮੋਰਚੇ ਦੇ ਦੌਰਾਨ, ਇਹਨਾਂ ਡਿਮਾਂਡਸ ਨੂੰ ਲੈ ਕੇ ਅੱਜ ਉਹਨਾਂ ਨੇ ਜਿਹੜਾ ਹੈਗਾ ਮੈਮੋਰੈਂਡਮ ਦਿੱਤਾ ਹੈ। ਤੇ ਇਹਦਾ ਕੀ ਕਿੱਧਰ ਨੂੰ ਜਾ ਰਹੀਆਂ ਸਾਰੀਆਂ ਗੱਲਾਂ? ਨਹੀਂ, ਮਿਨੀਮਮ ਸਪੋਰਟ ਪ੍ਰਾਈਸ ਤੇ ਕੇਸ ਵਾਪਸ ਲੈਣੇ, ਇਹ ਤਾਂ ਸਾਂਝੀ ਡਿਮਾਂਡ ਸੀ ਸਭ ਦੀ, ਔਰ ਸਰਕਾਰ ਨੇ ਮੰਨੀ ਸੀ। ਉਹਨੂੰ ਇਨਫੋਰਸ ਕਰਾਉਣ ਲਈ ਤਾਂ ਮੋਰਚਾ ਜੇ ਲੱਗਦਾ ਹੈ ਉਹ ਤਾਂ ਯੂਨਾਈਟ ਕਰੇਗਾ ਕਿਸਾਨਾਂ ਨੂੰ, ਮਗਰ ਜੇ ਕਿਸਾਨਾਂ ਦਾ ਮੋਰਚਾ, ਪੰਜਾਬ ਦੇ ਕਿਸਾਨ ਦਾ ਮੋਰਚਾ ਸਿਰਫ ਪਾਣੀ ਦੇ ਮੁੱਦੇ ਤੇ ਲੱਗੇਗਾ ਤਾਂ ਫਿਰ ਉਹ ਡਿਵਾਈਡ ਕਰੇਗਾ। ਕਿਉਂਕਿ ਸਰਕਾਰ ਹਮੇਸ਼ਾ ਹੀ ਹਰਿਆਣਾ ਦੇ ਕਿਸਾਨਾਂ ਨੂੰ ਕਹਿ ਸਕਦੀ ਕਿ ਪਾਣੀ ਜਿਹੜਾ ਤੁਹਾਡਾ ਹਿੱਸਾ ਹੈ, ਤੁਸੀਂ ਤੁਹਾਡੇ ਤੋਂ ਮੰਗ ਰਹੇ ਨੇ, ਤੁਹਾਡਾ ਹਿੱਸਾ ਇਹ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਐਕਸੈਪਟ ਨਹੀਂ ਕਰ ਰਹੇ। ਰਾਜਸਥਾਨ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੋ ਜਾਣਗੇ। ਜਦ ਤੱਕ ਅਸੀਂ ਇਸ ਮਾਮਲੇ ਨੂੰ ਬਿਲਕੁਲ ਨਿਆਏ ਦੇ ਤੌਰ 'ਤੇ ਜਾਂ ਬਿਲਕੁਲ ਕਾਨੂੰਨ ਦੇ ਬੇਸ 'ਤੇ ਇਹਨੂੰ ਡਿਸਾਈਡ ਨਹੀਂ ਕਰਦੇ, ਉਦੋਂ ਤੱਕ ਇਹ ਮਾਮਲਾ ਭਖਦਾ ਹੀ ਰਹੇਗਾ। ਔਰ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਐਕਸਪਲੇਨ ਕੀਤਾ ਸੀ ਕਿ ਜਿਹੜਾ ਪਾਣੀ, ਪੰਜਾਬ ਦੇ ਪਾਣੀ ਦਾ ਮੁੱਦਾ ਹੈ, ਉਹ ਜੇ ਤੁਸੀਂ ਬਿਲਕੁਲ ਪ੍ਰਿੰਸੀਪਲ, ਲੀਗਲ ਪ੍ਰਿੰਸੀਪਲ ਦੇ ਹਿਸਾਬ ਨਾਲ ਡਿਸਾਈਡ ਕਰੋਗੇ ਫਿਰ ਇੱਕ ਸਭ ਨੂੰ ਸੈਟਿਸਫਾਈ ਹੋਏਗਾ। ਅਦਰਵਾਈਜ਼ ਤੁਸੀਂ ਕਿਸੇ ਸਾਈਡ ਨੂੰ ਫੇਵਰ ਕਰੋਗੇ, ਦੂਜੀ ਸਾਈਡ ਦੁਖੀ ਹੋ ਜਾਏਗੀ। ਕਿਉਂਕਿ ਪਾਣੀ ਦੀ ਲੋੜ ਵੀ ਬਹੁਤ ਹੈ। ਅਸੀਂ ਤਾਂ ਬਿਲਕੁਲ ਨਹੀਂ ਮੈਂ ਕਹਿੰਦਾ ਕਿ ਰਾਜਸਥਾਨ ਨੂੰ ਲੋੜ ਨਹੀਂ ਹੈ ਜਾਂ ਹਰਿਆਣੇ ਨੂੰ ਲੋੜ ਨਹੀਂ ਹੈ ਜਾਂ ਪੰਜਾਬ ਨੂੰ ਨਹੀਂ ਹੈ, ਤਿੰਨੋਂ ਸਟੇਟਾਂ ਨੂੰ ਲੋੜ ਹੈ। ਫਾਈਨਲੀ ਜਦੋਂ ਚੀਜ਼ਾਂ ਘੱਟ ਹੁੰਦੀਆਂ, ਡਿਮਾਂਡ ਉਹਦੀ ਜ਼ਿਆਦਾ ਹੁੰਦੀ, ਤੁਸੀਂ ਕਿਵੇਂ ਡਿਸਾਈਡ ਕਰਦੇ ਹੋ? ਤੁਸੀਂ ਉਹਨਾਂ ਦੇ ਰਾਈਟ ਦੇ ਹਿਸਾਬ ਨਾਲ ਕਰਦੇ ਹੋ, ਕਿੰਨਾ ਰਾਈਟ ਹੈਗਾ ਇਹਨਾਂ ਨੂੰ ਇਸ ਪਾਣੀ ਦਾ ਕਾਨੂੰਨ ਦੇ ਮੁਤਾਬਿਕ। ਤੁਹਾਡੇ ਕੋਲ ਇੰਨਾ ਪੁਰਾਣੇ ਮੁਕੱਦਮੇ ਆ ਗਏ, ਤੁਹਾਡੇ ਕੋਲ ਇੰਨੇ ਜ਼ਿਆਦਾ ਡਿਸਪਿਊਟ ਪੁਰਾਣੇ ਆ ਗਏ ਜਿਹੜਾ ਦੇਸ਼ ਨੇ ਆਰਾਮ ਨਾਲ ਰਿਜ਼ੋਲਵ ਕੀਤੇ। ਨਰਮਦਾ ਦਾ ਬੜਾ ਮੁਸ਼ਕਲ ਡਿਸਪਿਊਟ ਸੀ, ਕ੍ਰਿਸ਼ਨਾ ਰਿਵਰ ਦਾ ਵੀ ਇੰਨਾ ਹੀ ਮੁਸ਼ਕਲ ਸੀ, ਤਾਮਿਲਨਾਡੂ ਔਰ ਕਰਨਾਟਕਾ ਵਿੱਚ ਕਿੰਨਾ ਝਗੜਾ ਹੋਇਆ ਕਿ ਹਰ ਦਰਿਆ ਦਾ, ਚਾਹੇ ਤੁਸੀਂ ਤੁੰਗਭਦਰਾ ਕਹੋ, ਹਰ ਸਟੇਟ ਨਾਲ ਝਗੜਾ ਹੋਇਆ ਕਿ ਹਰ ਸਟੇਟ ਨੂੰ ਪਾਣੀ ਜ਼ਿਆਦਾ ਚਾਹੀਦਾ ਹੈ।
ਔਰ ਉਸ ਦੇ ਬਾਵਜੂਦ ਵੀ ਰਿਜ਼ੋਲਵ ਹੋਏ ਉਹ ਮੁੱਦੇ, ਬਿਲਕੁਲ ਠੀਕ ਤਰੀਕੇ ਨਾਲ ਟ੍ਰਿਬਿਊਨਲਸ ਬਣੇ। ਤੇ ਪੰਜਾਬ ਦਾ ਮੁੱਦਾ ਬਿਲਕੁਲ ਜੇ ਲੀਗਲ ਪ੍ਰਿੰਸੀਪਲ ਤੇ ਡਿਸਾਈਡ ਕਰਨਾ ਤਾਂ ਬਿਲਕੁਲ ਪਚੀਦਾ ਨਹੀਂ ਹੈ। ਜੇ ਤੁਸੀਂ ਉਹਨੂੰ ਉਲਝਾਉਣਾ ਹੀ ਹੈ, ਕਿਸੇ ਸਮੱਸਿਆ ਨੂੰ ਉਹਨੂੰ ਉਲਝਾਉਣਾ ਹੀ ਹੈ, ਜੇ ਕਿਸੇ ਸਮੱਸਿਆ ਨੂੰ ਅਸੀਂ ਸੋਲਵ ਕਰਨਾ ਹੀ ਨਹੀਂ ਚਾਹੁੰਦੇ ਤਾਂ ਉਹ ਸਮੱਸਿਆ ਵੈਸੇ ਵੀ ਝੂਠੀ ਹੁੰਦੀ ਹੈ। ਲੀਗਲ ਪ੍ਰਿੰਸੀਪਲ ਦੇ, ਵਾਟਰ ਪ੍ਰਿੰਸੀਪਲਸ ਤੇ ਦੁਨੀਆ ਭਰ ਦੇ ਵਿੱਚ ਲੜਾਈਆਂ ਹਜ਼ਾਰਾਂ ਸਾਲਾਂ ਤੋਂ ਦਰਿਆ ਚੱਲ ਰਹੇ ਨੇ, ਡਿਫਰੈਂਟ ਦੇਸ਼ਾਂ ਵਿੱਚ ਲੜਾਈਆਂ ਵੀ ਹੋ ਚੁੱਕੀਆਂ, ਬਟ ਅਲਟੀਮੇਟਲੀ ਕੁਝ ਪ੍ਰਿੰਸੀਪਲਸ ਇਵੋਲਵ ਹੋ ਗਏ ਆ। ਕਿਵੇਂ ਤੁਸੀਂ ਪਾਕਿਸਤਾਨ ਨੂੰ ਇੰਡੀਆ ਵਿੱਚ ਤੁਸੀਂ ਰਿਜ਼ੋਲਵ ਕਰ ਸਕੇ 1960 ਵਿੱਚ ਇਮੀਡੀਏਟਲੀ, ਕਿੰਨਾ ਵੱਡਾ ਮਾਮਲਾ ਸੀ। ਇੰਡਸ ਵੈਲੀ ਟ੍ਰੀਟੀ ਹੋ ਹੀ ਗਈ ਨਾ, ਉਸ ਤੋਂ ਬਾਅਦ ਇੰਨੇ ਸਾਲ ਉਹ ਟ੍ਰੀਟੀ ਚੱਲ ਰਹੀ ਹੈ, ਹਾਲੇ ਵੀ ਚੱਲ ਰਹੀ ਹੈ। ਤਾਂ ਫਿਰ ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ਦਾ ਮਾਮਲਾ ਇਸ ਤੋਂ ਪਜੀਦਾ ਕਿੱਦਾਂ ਹੋ ਸਕਦਾ ਹੈ? ਅਨਲੈਸ ਸਰਕਾਰ ਉਹਨੂੰ ਚਾਹੁੰਦੀ ਹੈ ਕਿ ਇਸ ਪ੍ਰੋਬਲਮ ਨੂੰ ਜ਼ਿੰਦਾ ਰੱਖਿਆ ਜਾਵੇ, ਇਸ ਪ੍ਰੋਬਲਮ ਨੂੰ ਕਾਨੂੰਨ ਦੇ ਹੱਲ ਤੇ ਆਪਾਂ ਡਿਸਾਈਡ ਨਹੀਂ ਕਰਨਾ, ਤੇ ਉਹਦੇ ਵਿੱਚ ਫਿਰ ਪੰਜਾਬੀ ਨੂੰ ਲੱਗੇ ਕਿ ਸਾਡੇ ਖਿਲਾਫ ਵਿਤਕਰਾ ਹੈ, ਉਹ ਫਿਰ ਉਹ ਪ੍ਰੋਟੈਸਟ ਦੇ ਮੋਡ ਵਿੱਚ ਚਲੇ ਜਾਂਦੇ ਨੇ। ਮਗਰ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਪ੍ਰੋਬਲਮ ਨੂੰ ਜੇ ਤੁਸੀਂ ਐਜੀਟੇਸ਼ਨਲ ਮੋਡ ਵਿੱਚ ਲੈ ਕੇ ਆਉਣਾ ਹੈ ਤਾਂ ਇਹ ਐਜੀਟੇਸ਼ਨਲ ਮੋਡ ਐਜੂਕੇਸ਼ਨਲ ਜ਼ਿਆਦਾ ਚਾਹੀਦਾ ਹੈ, ਦੂਸਰੇ ਸਟੇਟ ਦੇ ਲੋਕਾਂ ਦੇ ਖਿਲਾਫ ਘੱਟ ਚਾਹੀਦਾ ਹੈ। ਕਿਉਂਕਿ ਅਸੀਂ ਪੰਜਾਬ ਜਦੋਂ ਪਾਣੀ ਮੰਗਦਾ ਤਾਂ ਆਪਣੇ ਕਾਨੂੰਨ ਦੇ ਮੁਤਾਬਿਕ ਮੰਗ ਰਿਹਾ ਹੈ। ਉਹ ਇਹ ਨਹੀਂ ਚਾਹੁੰਦਾ ਕਿ ਹਰਿਆਣਾ ਦਾ ਪਾਣੀ ਸਾਨੂੰ ਦਿੱਤਾ ਜਾਵੇ, ਨਾ ਅਸੀਂ ਰਾਜਸਥਾਨ ਦਾ ਪਾਣੀ ਮੰਗਦੇ, ਕਿਸੇ ਦਾ ਵੀ ਨਹੀਂ ਮੰਗਦੇ। ਅਸੀਂ ਤਾਂ ਕਹਿੰਦੇ ਕਿ ਦੇਸ਼ ਵਿੱਚ ਇੱਕ ਕਾਨੂੰਨ ਲਾਗੂ ਹੈ, ਉਹ ਕਾਨੂੰਨ ਹਰ ਸਟੇਟ ਨੂੰ ਥੋੜ੍ਹਾ ਜਿਹਾ ਹੱਕ ਦਿੰਦਾ ਹੈ। ਉਹ ਕਾਨੂੰਨ ਆਲਰੇਡੀ ਕਈ ਟ੍ਰਿਬਿਊਨਲ ਨੇ ਫੈਸਲੇ ਦੇ ਚੁੱਕੇ ਨੇ, ਉਹ ਫੈਸਲੇ ਹੁਣ ਸੁਪਰੀਮ ਕੋਰਟ ਤੱਕ ਪੱਕੇ ਵੀ ਹੋ ਚੁੱਕੇ ਨੇ। ਉਹਨਾਂ ਪ੍ਰਿੰਸੀਪਲ ਦੇ ਆਧਾਰ 'ਤੇ ਤੁਸੀਂ ਦਿਓ। ਤੁਸੀਂ ਅਗਰ ਤੁਸੀਂ ਫੈਸਲਾ ਦੇ ਰਹੇ ਹੋ ਪਾਣੀ ਦਾ, ਇੰਦਰਾ ਗਾਂਧੀ ਦੇ ਅਵਾਰਡ ਦਾ, ਜਿਹੜਾ ਕਿ ਐਮਰਜੈਂਸੀ ਵਿੱਚ ਲੱਗਿਆ ਸੀ, ਜੋ ਦੇਸ਼ ਦੀ ਸਾਰੀ ਆਵਾਜ਼ ਬੰਦ ਹੋ ਗਈ ਸੀ, ਜਦੋਂ ਬਿਲਕੁਲ ਹਰ ਬੰਦਾ ਜਿਹਨੂੰ ਇੰਡੀਪੈਂਡੈਂਟਲੀ ਐਗਜ਼ਾਮਿਨ ਕਰੇ ਤਾਂ ਲੱਗਦਾ ਸੀ ਕਿ ਇਹ ਬਿਲਕੁਲ ਗਲਤ ਫੈਸਲਾ ਹੈ, ਵੀ ਗਲਤ, ਨਾਟ ਓਨਲੀ ਲੱਗਦਾ, ਬਿਲਕੁਲ ਗਲਤ ਫੈਸਲਾ। ਕੋਈ ਵੀ ਤੁਸੀਂ ਲਾਇਰ, ਪੁਰਾਣੇ ਜੱਜ ਕੋਲ ਪੁੱਛ ਲਓ, ਇਹ ਫੈਸਲਾ ਔਨ ਦਾ ਲੀਗਲ ਪ੍ਰਿੰਸੀਪਲ ਦੇ ਮੁਤਾਬਿਕ ਬਿਲਕੁਲ ਗਲਤ ਸੀ। ਗੁੱਸੇ ਵੀ ਦਿੱਤਾ, ਐਮਰਜੈਂਸੀ ਵੀ ਦਿੱਤਾ। ਜਦੋਂ ਅਕਾਲੀ ਦਲ ਪੰਜਾਬ ਲੀਡ ਕਰ ਰਿਹਾ ਸੀ ਡੈਮੋਕ੍ਰੇਸੀ ਦੀ ਲੜਾਈ ਸਾਰੇ ਦੇਸ਼ ਦੇ ਬਿਹਾਫ ਤੇ, ਇਕੱਲੇ ਉਦੋਂ ਪੰਜਾਬ ਦੀ ਲੜਾਈ ਸੀ, ਸਾਰੇ ਦੇਸ਼ ਦੇ ਡੈਮੋਕ੍ਰੈਟਿਕ ਹੱਕ ਖਤਮ ਹੋ ਗਏ ਸੀ। ਉਦੋਂ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਨੇ ਇੰਨੀ ਲੰਬੀ ਲੜਾਈ ਲੜੀ। ਆਰਡੀਨਰੀ ਤਾਂ ਉਸ ਲੜਾਈ ਦੇ ਬੇਸ ਤੇ ਤੁਸੀਂ ਸਾਰੇ ਦੇਸ਼ ਦੇ ਹੀਰੋ ਬਣ ਸਕਦੇ ਸੀ ਜੇ ਤੁਸੀਂ ਚੰਗੀ ਤਰ੍ਹਾਂ ਪ੍ਰੋਪੇਗੇਟ ਕਰਦੇ। ਮਗਰ ਗਲਤ ਸੱਚਾਈ ਤਾਂ ਫਿਰ ਵੀ ਇਹ ਹੈ ਨਾ ਕਿ ਜੇ ਲੋਕਤੰਤਰ ਲਈ ਕਿਸੇ ਨੇ ਇਸ ਦੇਸ਼ ਵਿੱਚ ਲੜਾਈ ਲੜੀ ਹੈ ਤਾਂ ਪੰਜਾਬ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਲੜੀ ਹੈ। ਉਸ ਦੇ ਬਾਵਜੂਦ ਵੀ ਪੰਜਾਬ ਨੂੰ ਜਿਹੜਾ ਪਾਣੀ ਦਾ ਮੁੱਦੇ ਤੇ ਸੈਂਟਰਲ ਗਵਰਨਮੈਂਟ ਨੇ ਕਿਵੇਂ ਫਸਾਇਆ ਜਾਂ ਕਿਵੇਂ ਮਿਸਲੀਡ ਕੀਤਾ ਜਾਂ ਉਹਨਾਂ ਨੂੰ ਕਿਵੇਂ ਗੁੰਝਲਾਂ ਪਾਈਆਂ ਤਾਂ ਕਿ ਉਹਦਾ ਸੋਲੂਸ਼ਨ ਨਾ ਹੋ ਸਕੇ, ਇਹ ਹੁਣ ਹਿਸਟਰੀ ਵੀ ਹੈ ਔਰ ਈਜ਼ੀਲੀ ਸਮਝ ਵੀ ਆ ਸਕਦਾ। ਹੁਣ ਇਹ ਸਮਝਾਉਣ ਦੀ ਗੱਲ ਹੈ ਕਿ ਆਪਾਂ ਕਿਵੇਂ ਸਮਝਾਈਏ ਆਪਣੇ ਭਰਾਵਾਂ ਨੂੰ ਹਰਿਆਣਾ 'ਚ, ਆਪਾਂ ਕਿੱਦਾਂ ਸਮਝਾਈਏ, ਕਿਵੇਂ ਸਮਝਾਈਏ। ਬਾਰ-ਬਾਰ ਆਪਾਂ ਨੂੰ ਉੱਥੇ ਜਾਣਾ ਪਏਗਾ। ਜਿਸ ਤਰ੍ਹਾਂ ਆਪਾਂ ਜੇ ਦਿੱਲੀ ਦੇ ਬਾਰਡਰ 'ਚ ਆਪਾਂ ਮੋਰਚਾ ਲਾ ਸਕਦੇ ਹਾਂ ਤਾਂ ਇੱਕ ਆਪਾਂ ਪੜ੍ਹਾਈ ਦਾ ਮੋਰਚਾ ਵੀ ਤਾਂ ਲਾ ਸਕਦੇ ਹਾਂ ਕਿ ਆਓ ਸਾਡੇ ਨੂੰ ਸਮਝਾਈਏ ਕਿ ਸਾਡਾ ਹੱਕ ਕਿੰਨਾ ਬਣਦਾ ਹੈ, ਤੁਹਾਡਾ ਕਿੰਨਾ ਬਣਦਾ ਹੈ, ਤੇ ਫਿਰ ਗੱਲ ਆਸਾਨ ਹੈ। ਪਰ ਜਿੱਥੇ ਤੱਕ ਵੈਦ ਸਾਹਿਬ ਗੱਲ ਕਰੀਏ, ਪਿਛਲੇ ਦਿਨਾਂ ਜਿਵੇਂ ਤੁਹਾਨੂੰ ਪਤਾ ਹੀ ਹੈ, ਆਮ ਤੌਰ 'ਤੇ ਅਸੀਂ ਵੈਸੇ ਇੱਕ ਇਹ ਵੀ ਗੱਲ ਸੁਣਦੇ ਆਏ ਕਿ ਜੇ ਅਗਲੀ ਕੋਈ ਜੰਗ ਹੋਈ ਸੈਕਿੰਡ ਵਰਲਡ ਵਾਰ ਦੇ ਬਾਅਦ ਤੇ ਉਹ ਪਾਣੀ ਤੇ ਹੋਏਗੀ। ਇਹ ਗੱਲਾਂ ਕਾਫੀ ਦੇਰ ਤੋਂ ਅਸੀਂ ਸੁਣਦੇ ਚਲੇ ਆ ਰਹੇ ਹਾਂ। ਪਾਣੀ ਵਾਕਈ ਹੀ, ਕਿਉਂਕਿ ਜੇ ਦੇਖਿਆ ਜਾਏ ਸਾਹ ਲੈਣ ਤੋਂ ਬਾਅਦ ਆਕਸੀਜਨ ਸਾਨੂੰ ਜ਼ਿੰਦਾ ਰਹਿਣ ਲਈ ਇਨਸਾਨ ਨੂੰ ਚਾਹੀਦੀ ਹੈ, ਜੀਵ ਜੰਤੂਆਂ ਨੂੰ, ਉਹਦੇ ਬਾਅਦ ਪਾਣੀ ਹੀ ਸਭ ਤੋਂ ਜ਼ਿਆਦਾ ਅਹਿਮ ਚੀਜ਼ ਹੈਗੀ ਹੈ ਜਿਹੜੀ ਕਿ ਸਾਨੂੰ ਜ਼ਿੰਦਾ ਰਹਿਣ ਲਈ ਚਾਹੀਦੀ ਹੈ। ਖਾਣਾ ਉਹਦੇ ਬਾਅਦ ਆਉਂਦਾ ਹੈ। ਪਰ ਜੇ ਉਹਦੇ ਬਾਅਦ ਹੀ ਆਪਾਂ ਗੱਲਬਾਤ ਕਰ ਲਈਏ ਤਾਂ ਜਿਹੜਾ ਪਾਣੀ ਹੈਗਾ, ਖਾਸ ਕਰਕੇ SYL ਦੀ ਆਪਾਂ ਜੇ ਗੱਲ ਕਰੀਏ, ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੋਨਾਂ ਨੂੰ ਕਿਹਾ ਕਿ ਤੁਸੀਂ ਆਪਸ 'ਚ ਮਿਲ ਬੈਠ ਕੇ ਇਹਦਾ ਫੈਸਲਾ ਕਰ ਲਓ, ਕਿੰਨਾ ਪਾਣੀ ਚਾਹੀਦਾ ਹੈ, ਕਿਹਨੂੰ ਕਿੰਨਾ ਦੇਣਾ ਹੈ, ਨਹੀਂ ਦੇਣਾ ਹੈ, ਨਹੀਂ ਤਾਂ ਫਿਰ ਮੈਂ ਗੱਲਬਾਤ ਕਰਾਂਗਾ, ਮਤਲਬ ਕਿ ਮੈਂ ਆਪਣਾ ਫੈਸਲਾ ਦੇਵਾਂਗਾ। ਕੀ ਕਹੋਗੇ? ਨਹੀਂ, ਉਹ ਦੇਖੋ, ਇਹ ਸਭ ਤੋਂ ਵੱਡਾ ਫੋਕਸ ਸੈਂਟਰਲ ਗਵਰਨਮੈਂਟ 'ਤੇ ਹੈ। ਸਟੇਟ ਗਵਰਨਮੈਂਟਸ ਤਾਂ ਆਪਣੇ ਲੋਕਾਂ ਦੇ ਵੋਟਾਂ ਦੇ ਕਾਰਨ ਲੜਨਗੀਆਂ। ਕੋਈ ਨਹੀਂ ਕਹੇਗਾ ਕਿ ਸਾਡਾ ਹੱਕ ਘੱਟ ਹੈ। ਸਾਰੇ ਆਪਣੇ ਜਦੋਂ ਹੱਕ ਕੋਰਟ ਵਿੱਚ ਪੇਸ਼ ਕਰਦੇ ਤਾਂ ਵੱਧ ਚੜ੍ਹ ਕੇ ਪੇਸ਼ ਕਰਦੇ। ਮਗਰ ਸੁਪਰੀਮ ਕੋਰਟ ਇਹਦਾ ਫੈਸਲਾ ਸਿੱਧਾ ਨਹੀਂ ਕਰ ਸਕਦਾ। ਉਹ ਵੀ ਜਿਹੜਾ SYL ਦਾ ਫੈਸਲਾ ਉਹ ਐਗਰੀਮੈਂਟ 'ਤੇ ਹੋਇਆ। ਉਹ ਐਗਰੀਮੈਂਟ ਜਿਹੜੀ ਦਰਬਾਰ ਸਿੰਘ ਨੇ ਕੀਤੀ ਸੀ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਦਿੱਤੀ ਸੀ। ਜੇ ਉਹ ਐਗਰੀਮੈਂਟ ਦੇ ਬੇਸ ਤੇ ਜਦੋਂ ਕਿ ਤੁਸੀਂ ਦਾਅਵਾ ਉਹਨੂੰ ਚੈਲੰਜ ਕੀਤਾ ਸੀ, ਉਹ ਦਾਅਵਾ ਵੀ ਹਲੇ ਡਿਸਾਈਡ ਨਹੀਂ ਹੋਇਆ। ਤੇ ਜਦੋਂ ਤੱਕ ਜੇ ਤਾਂ ਉਹ ਸਾਰੀਆਂ ਚੀਜ਼ਾਂ ਐਗਜ਼ਾਮਿਨ ਕੀਤੀਆਂ ਜਾਣ ਤੇ ਫੈਸਲਾ ਬੜਾ ਆਸਾਨ ਹੈ। ਸੈਂਟਰਲ ਗਵਰਨਮੈਂਟ ਜੇ ਚੀਜ਼ਾਂ, ਜੇ ਉਹਨਾਂ ਨੂੰ ਲੱਗਦਾ ਕਿ ਹਰਿਆਣੇ ਨੂੰ ਜ਼ਿਆਦਾ ਪਾਣੀ ਦੀ ਲੋੜ ਹੈ ਤਾਂ ਪੰਜਾਬ ਤਾਂ ਕੀਮਤ ਹੀ ਮੰਗ ਸਕਦਾ ਨਾ। ਤੁਸੀਂ ਔਰ ਤੁਸੀਂ ਜੋ ਨੈਗੋਸ਼ੀਏਟ ਕਰਦੇ ਹੋ, ਤੁਸੀਂ ਅਲਟੀਮੇਟਲੀ ਪਾਣੀ ਘੱਟ ਨਾਲ ਵੀ ਗੁਜ਼ਾਰਾ ਕਰ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਸਾਨੂੰ ਉਸ ਤਰ੍ਹਾਂ ਕੰਪਨਸੇਟ ਕੀਤਾ ਜਾ ਰਿਹਾ। ਜੇ ਰਾਜਸਥਾਨ ਨੂੰ 50% ਪਾਣੀ ਅੱਜ ਪੰਜਾਬ ਦਾ ਜਾ ਰਿਹਾ ਹੈ, ਜਿਹੜਾ ਕਿ ਹੁਣ 70 ਸਾਲ ਹੋ ਗਏ ਨੇ, ਇਸ ਕਰਕੇ ਕਦੀ ਪੰਜਾਬ ਇਹ ਨਹੀਂ ਕਹੇਗਾ ਕਿ ਬਿਲਕੁਲ ਬੰਦ ਕਰਤਾ ਜਾਵੇ। ਮਗਰ ਜੇ 50 ਸਾਲ ਦੇ ਲੀਗਲ ਪ੍ਰਿੰਸੀਪਲ ਤੇ ਅਸੀਂ ਉਹਦੇ ਹੱਕਦਾਰ ਹਾਂ, ਐਟਲੀਸਟ ਉਹਨੂੰ ਵੇਚਣ ਦੇ,
ਉਹਦਾ ਪੈਸਾ ਤਾਂ ਸੈਂਟਰਲ ਗਵਰਨਮੈਂਟ ਆਸਾਨੀ ਨਾਲ ਦੇ ਸਕਦੀ ਹੈ, ਜੀ। ਉਹਦੇ 'ਚ ਕੀ ਝਗੜਾ ਹੈ? ਰਾਜਸਥਾਨ ਦੇ ਲੋਕ ਇਹਨੂੰ ਕਿਉਂ ਅਪੋਜ਼ ਕਰਨਗੇ? ਜੇ ਸੈਂਟਰਲ ਗਵਰਨਮੈਂਟ ਕहेंगे ਕਿ ਠੀਕ ਹੈ, ਪ੍ਰਿੰਸੀਪਲ ਇਹ ਹੈ ਕਿ ਦੇਖੋ ਤੁਸੀਂ ਖਰੀਦ ਸਕਦੇ ਹੋ, ਘਟਾਉਣਗੇ ਵੀ ਨਹੀਂ, ਤੁਸੀਂ ਲਾਅ ਪੂਰਾ, ਤੁਹਾਨੂੰ ਪੀਣ ਲਈ ਤੁਹਾਨੂੰ ਜੀਵਨ ਦਾ ਹੱਕ ਹੈ, ਮਗਰ ਇਹ ਵੀ ਹੱਕ ਹੈ ਕਿ ਜੇ ਕਿ ਦਰਿਆ ਜਿਸ ਸਟੇਟ ਤੋਂ ਨਿਕਲਦਾ ਉਹਦਾ ਹੱਕ ਹੈ ਤਾਂ ਉਹਨੂੰ ਐਟਲੀਸਟ ਕੀਮਤ ਤਾਂ ਦੇ ਸਕਦੇ ਹੋ, ਬੈਠ ਕੇ ਅਸੀਂ ਇਹ ਕੀਮਤ ਤਾਂ ਲੈ ਸਕਦੇ ਹਾਂ। ਸਾਡਾ ਸਾਰਾ ਪ੍ਰੋਸਪੈਰਿਟੀ ਵੈਸੇ ਆ ਜਾਣੀ ਹੈ ਜੇ ਸਾਡੇ ਕੋਲ ਇੰਨਾ ਵੱਡਾ ਨੈਚੁਰਲ ਰਿਸੋਰਸ ਹੈ। ਸੋ ਇਹਦੇ ਵਿੱਚ ਕੀ ਇਸ਼ੂ ਹੈ? ਅਨਲੈਸ ਸਰਕਾਰ ਸੈਂਟਰਲ ਗਵਰਨਮੈਂਟ ਨੇ ਪਾਲਿਸੀ ਬਣਾਈ ਹੈ ਕਿ ਅਸੀਂ ਇਹ ਨਹੀਂ, ਅਸੀਂ ਜਿਹੜਾ ਵੀ ਮੈਥਡ ਰੀਜ਼ਨੇਬਲ ਹੈ, ਲਾਫੁਲ ਹੈ, ਉਹਨੂੰ ਅਸੀਂ ਅਡਾਪਟ ਹੀ ਨਹੀਂ ਕਰਨਾ। ਜੇ ਉਹ ਕਹਿਣਗੇ ਕਿ ਇਸ ਤਾਂ ਇਹ 'ਤੇ ਡਿਸਕਸ਼ਨ ਹੀ ਨਹੀਂ ਕਰਨੀ, ਹਾਲੇ ਤੱਕ ਇਹੀ ਐਟੀਟਿਊਡ ਰਿਹਾ, ਕੋਈ ਵੀ ਸੈਂਟਰਲ ਗਵਰਨਮੈਂਟ ਇਸ 'ਤੇ ਡਿਸਕਸ਼ਨ ਵੀ ਨਹੀਂ ਕਰਦੀ, ਇਸ 'ਤੇ ਗੱਲ ਵੀ ਨਹੀਂ ਕਰਦੀ। ਤਾਂ ਜਦੋਂ ਗੱਲ ਵੀ ਨਹੀਂ ਕਰਦੇ ਉਦੋਂ ਫਿਰ ਗੁੱਸਾ ਆਉਂਦਾ, ਫਿਰ ਉਦੋਂ ਪ੍ਰੋਟੈਸਟ ਬਣਦੀ ਹੈ, ਉਦੋਂ ਫਿਰ ਝਗੜਾ ਹੁੰਦਾ। ਹੁਣ ਸਾਨੂੰ ਤਾਂ ਸਭ ਤੋਂ ਜ਼ਿਆਦਾ ਡਰ ਹੈ ਕਿ ਜੇ ਤੁਸੀਂ ਕਿਸੇ ਵੀ ਕੋਰ ਇਸ਼ੂ ਨੂੰ, ਜਿੱਦਾਂ ਕੋਈ ਮੁਕੱਦਮਾ ਕਦੀ ਪਰਿਵਾਰਾਂ 'ਚ ਖਤਮ ਹੀ ਨਾ ਹੋਵੇ, ਤਾਂ ਫਾਈਨਲੀ ਵਾਇਲੈਂਸ ਹੁੰਦੀ ਹੈ। ਜਿਹੜੇ ਪੁਰਾਣੇ ਪਰਿਵਾਰ ਆਪਾਂ ਦੇਖ ਲਏ, ਬਦਲੇ ਕਿਤੇ ਮਰਡਰ ਹੋ ਗਏ, 4 ਮਰਡਰ ਹੋ ਗਏ, ਛੋਟੀ ਜਿਹੀ ਗੱਲ ਤੋਂ ਸਟਾਰਟ ਹੁੰਦਾ ਹੈ। ਛੋਟੀ ਜਿਹੀ ਕਿਸੇ ਲਵ ਅਫੇਅਰ ਤੇ ਛੋਟੀ ਜ਼ਮੀਨ ਦਾ ਝਗੜਾ ਹੈ, ਉਹੀ ਵੱਧਦਾ ਬਰਬਾਦ ਕਰ ਦਿੰਦਾ ਪੂਰੇ ਪਰਿਵਾਰ ਨੂੰ, 2 ਪਰਿਵਾਰ ਨੂੰ, 6 ਪਰਿਵਾਰ ਨੂੰ। ਦੇਸ਼ ਵੀ ਇਦਾਂ ਹੀ ਬਰਬਾਦ ਹੁੰਦੇ ਆ। ਛੋਟੀ ਜਿਹੀ ਗੱਲ ਨੂੰ ਤੁਸੀਂ ਵਧਾ ਕੇ ਕਰੀ ਜਾਂਦੇ ਤਾਂ ਫਾਈਨਲੀ ਹੁਣ ਆਲਰੇਡੀ ਤੁਸੀਂ ਜਦੋਂ ਪੰਜਾਬ ਦੀ ਡੈਮੋਕ੍ਰੈਟਿਕ ਪ੍ਰੋਟੈਸਟ ਨੂੰ ਟਵਿਸਟ ਕੀਤਾ, ਔਰ ਯਾਦ ਰੱਖੋ ਹਰ ਬੰਦਾ ਛੋਟਾ ਜਿਹਾ ਹਿਊਮਨ ਬੀਇੰਗ ਹੁੰਦਾ। ਇੰਦਰਾ ਗਾਂਧੀ ਵੀ ਇੰਨੀ ਵਿਸ਼ਾਲ, ਜਿੰਨੀ ਮਰਜ਼ੀ ਵੱਡੀ ਆਪਾਂ ਲੀਡਰ ਕਹੀਏ, ਫਿਰ ਵੀ ਬੜੀ ਆਰਡੀਨਰੀ ਵੂਮਨ ਸੀ ਜੀ। ਉਹ ਵੱਡੀ ਪੋਜੀਸ਼ਨ ਤੇ ਰਹੀ ਹੈ, ਮਗਰ ਜਿਹੜਾ ਉਹਦਾ ਹੈਗਾ ਪਰਸਨਲ, ਉਹ ਕੋਈ ਵੱਡੇ ਫਿਲਾਸਫਰ ਦਾ ਔਰ ਜੱਜ ਵਰਗਾ ਇੰਪਾਰਸ਼ਲ ਨਹੀਂ ਸੀ ਬਿਲਕੁਲ ਵੀ। ਉਹ ਵੀ ਬਾਇਸ ਸੀ, ਉਹ ਵੀ ਗੁੱਸਾ ਹੁੰਦਾ ਸੀ, ਉਹਨੂੰ ਵੀ ਐਮਰਜੈਂਸੀ ਲਾ ਕੇ ਇਦਾਂ ਦੇ ਵੱਡਿਆਂ ਆਪਣੇ ਬਜ਼ੁਰਗਾਂ ਵਰਗੇ ਬੰਦਿਆਂ ਨੂੰ ਜੇਲ੍ਹ 'ਚ ਭੇਜਿਆ। ਸੋ ਤੁਸੀਂ ਸੋਚ ਸਕਦੇ ਕਿ ਅੰਦਰ ਕੀ ਚੱਲ ਰਿਹਾ, ਅੰਦਰ ਉਹ ਪਾਵਰ ਲਈ ਕੁਝ ਵੀ ਕਰ ਸਕਦੀ ਸੀ। ਔਰ ਉਹ ਵੂਮਨ ਕਿਉਂ ਨਹੀਂ ਤੰਗ ਹੋਏਗੀ ਜਿਹੜੇ 19 ਮਹੀਨੇ ਉਹਦੇ ਖਿਲਾਫ ਪ੍ਰੋਟੈਸਟ ਕਰਦੇ ਰਹੇ? ਉਹ ਕਿਉਂ ਨਹੀਂ ਤੰਗ ਹੋਏਗੀ? ਕਲੀਅਰਲੀ ਉਹਦਾ ਫੈਸਲਾ ਬਾਇਸਡ ਹੈ, ਇਸੇ ਪ੍ਰਿੰਸੀਪਲ ਦੇ ਕੋਰਟ ਉਹਨੂੰ ਖਤਮ ਕਰ ਸਕਦਾ। ਸੋ ਜਿਹੜਾ ਬੰਦਾ ਇੰਨਾ ਜ਼ਿਆਦਾ ਵਿੰਡਿਕਟਿਵ ਹੋਵੇ, ਜਿਹੜਾ ਬੰਦਾ ਇਸ ਇਸ਼ੂ ਤੇ ਨੈਸ਼ਨਲ ਇੰਟਰਸਟ ਤੇ ਸਟੇਕ ਤੇ ਲਾ ਸਕੇ, ਉਹ ਫੈਸਲਾ ਕਿਸੇ ਕੋਰਟ ਨੂੰ ਤਾਂ ਠੀਕ ਕਰਨਾ ਪਏਗਾ। ਅਗਲੀ ਸਰਕਾਰ ਠੀਕ ਕਰ ਸਕਦੀ ਹੈ, ਇਹ ਸਰਕਾਰ ਵੀ ਆਰਾਮ ਨਾਲ ਕਰ ਸਕਦੀ ਹੈ। ਇਹ ਸਰਕਾਰ ਕੋਲ ਤਾਂ ਹੁਣ ਜ਼ਿਆਦਾ ਪਾਵਰ ਹੈ, ਮੈਜੋਰਟੀ ਵੀ ਹੈ, ਪਾਰਲੀਮੈਂਟ ਮੈਜੋਰਟੀ ਹੈ, ਸਭ ਜਗ੍ਹਾ ਹੁਣ ਉਹਦੀ ਸਰਕਾਰ ਹੈ। ਇਸ ਕਰਕੇ ਕੋਈ ਵੱਡੀ ਗੱਲ ਨਹੀਂ ਹੈ ਜੇ ਰਿਜ਼ੋਲਵ ਕਰਨਾ ਚਾਹੇ। ਅਲਟੀਮੇਟਲੀ ਜਿੱਦਾਂ ਤੁਸੀਂ ਇੱਕ ਐਜੀਟੇਸ਼ਨ ਨੂੰ ਟਵਿਸਟ ਦੇਤਾ ਟੁਵਰਡ ਖਾਲਿਸਤਾਨ, ਜਿਸ ਤਰ੍ਹਾਂ ਗੋਲਡਨ ਟੈਂਪਲ ਤੇ ਬਲੂ ਸਟਾਰ ਹੋ ਗਿਆ, ਔਰ ਤੁਸੀਂ ਹੁਣ ਦੇਖ ਸਕਦੇ ਜਿਹੜਾ ਵਿਚਾਰ ਹੈ ਖਾਲਿਸਤਾਨ ਦਾ ਮਰਦਾ ਹੀ ਨਹੀਂ। ਕਿੰਨੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਜਦੋਂ ਦੀ ਆਈ ਹੈ ਪਿਛਲੇ 6 ਸਾਲ ਤੋਂ 8 ਸਾਲ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀ ਕਾਂਗਰਸ ਨੇ ਗਲਤੀਆਂ ਕੀਤੀਆਂ ਉਹਨੂੰ ਆਂਡੂ ਕਰਕੇ ਅਸੀਂ ਸਿੱਖਾਂ ਨੂੰ ਥੋੜਾ ਆਪਣੇ ਵੱਲ ਲਿਆਈਏ, ਜੇ ਉਹਨਾਂ ਦੇ ਦਿਮਾਗ 'ਚੋਂ ਕੱਢੀਏ। ਨੈਕਸਟ ਇਹਨਾਂ ਨੇ ਹਰ ਲੀਡਰ ਤੇ ਕੰਟੈਕਟ ਕੀਤਾ, ਮਗਰ ਨਹੀਂ ਕੱਢ ਪਾ ਰਹੇ ਕਿਉਂਕਿ ਕਈ ਚੀਜ਼ਾਂ ਵਾਪਸ ਨਹੀਂ ਆਉਂਦੀਆਂ। ਹੁਣ ਜੇ ਇਹੀ ਵਾਟਰ ਮੁੱਦਾ ਇੰਨਾ ਖਤਰਨਾਕ ਹੈ ਕਿ ਫਾਈਨਲੀ, ਕਿਉਂਕਿ ਇੱਕ ਪਾਸੇ ਤਾਂ ਪੂਰਾ ਤੁਹਾਡਾ ਆਪਣਾ ਹੱਕ ਹੈ, ਕਾਨੂੰਨ ਇੱਕ ਪਾਸੇ ਖੜਾ, ਦੂਜੇ ਪਾਸੇ ਸਰਕਾਰ ਬਿਲਕੁਲ ਨੈਗੋਸ਼ੀਏਟ ਕਰਨ ਲਈ ਤਿਆਰ ਨਹੀਂ, ਉਹ ਬਿਲਕੁਲ ਕਾਨੂੰਨ ਦੇ ਸਾਹਮਣੇ ਫੈਸਲਾ ਦੇਣ ਲਈ ਤਿਆਰ ਨਹੀਂ। ਫਿਰ ਫਾਈਨਲੀ ਇੰਨਾ ਐਕਸਟ੍ਰੀਮ ਹੋ ਜਾਂਦਾ। ਬਿਲਕੁਲ ਜਦੋਂ ਤੁਸੀਂ ਦੇਖਿਆ ਜਦੋਂ ਬੰਗਲਾਦੇਸ਼ ਬਣਿਆ, ਬੰਗਲਾਦੇਸ਼ ਨੇ ਕਦੀ ਮੰਗਿਆ ਨਹੀਂ ਸੀ ਕਿਸੇ ਅਲੱਗ ਹੋਣਾ ਚਾਹੁੰਦਾ ਜੀ। ਬੰਗਲਾਦੇਸ਼ ਦਾ ਸੇਮ, ਉਹਦੇ ਝਗੜਾ ਕੋਈ ਨਹੀਂ ਸੀ, ਸਿੰਪਲੀ ਸੀ ਕਿ ਉੱਥੇ ਇੱਕ ਮਿਲਟਰੀ ਡਿਕਟੇਟਰ ਸੀ, ਉਹ ਚਾਹੁੰਦਾ ਨਹੀਂ ਸੀ ਕਿ ਇਲੈਕਟਡ ਲੀਡਰ ਉਹ ਚੀਫ ਮਿਨਿਸਟਰ ਬਣੇ ਜੀ। ਇੰਨੀ ਛੋਟੀ ਜੀ ਗੱਲ ਤੇ ਉਹਨਾਂ ਨੇ ਮੁਲਕ ਤੋੜ ਲਿਆ, ਕਿਉਂਕਿ ਪਾਗਲ ਬੰਦੇ ਜੋ ਪਾਵਰ 'ਚ ਆ ਜਾਂਦੇ ਨੇ ਉਹ ਕੋਈ ਪਰਵਾਹ ਨਹੀਂ ਕਰਦੇ, ਉਹ ਆਪਣੇ ਛੋਟੇ ਜਿਹੇ ਹਿੱਤ ਲਈ ਦੇਸ਼ ਵੀ ਤੋੜ ਦਿੰਦੇ ਆ ਤੇ ਟੁੱਟ ਜਾਂਦੇ ਆ। ਔਰ ਜਦ ਤੁਹਾਡੇ ਕੋਲ ਇੰਨੀ ਐਗਜ਼ਾਮਪਲ ਸਾਹਮਣੇ ਹੈਗੀਆਂ, ਕਿੰਨੀ ਛੋਟੀ ਜੀ ਗੱਲ ਤੇ ਤਮਿਲਸ ਦੀ ਜਿਹੜੀ ਲਿਬਰੇਸ਼ਨ ਸਟਰਗਲ ਹੈ ਖਤਮ ਹੋ ਗਈ ਬਾਏ ਮਿਲਟਰੀ ਮੀਨਸ ਸ਼੍ਰੀਲੰਕਾ ਦੇ ਵਿੱਚ। ਸੋ ਇੰਨੀ ਜ਼ਿਆਦਾ ਸਸਟੇਨ ਮਿਲਟਰੀ ਮੂਵਮੈਂਟ ਝੱਟ ਹੀ ਖਤਮ ਹੋ ਜਾਂਦੀ ਹੈ ਵਿਦਆਊਟ ਵਿਜ਼ਡਮ। ਸੋ ਇਸ ਲਈ ਜੇ ਇੰਡੀਅਨ ਗਵਰਨਮੈਂਟ ਜੇ ਛੋਟਾ ਜਿਹਾ ਮੁੱਦਾ ਨਹੀਂ ਰਿਜ਼ੋਲਵ ਕਰਦੀ, ਤੇ ਇਹ ਮੁੱਦਾ ਜਿਹੜੇ ਦੂਸਰੇ ਤੱਤਵ ਹੋਣਗੇ, ਜਿੱਦਾਂ ਤੁਸੀਂ ਕਹਿੰਦੇ ਕਿ ਪਾਕਿਸਤਾਨ ਦਾ ਪੂਰਾ ਇੰਟਰਸਟ ਹੈ ਬਦਲਾ ਲੈਣ ਲਈ, ਤਾਂ ਕਿਉਂ ਨਹੀਂ ਇਸ ਗੱਲ ਨੂੰ ਹਵਾ ਦੇਣਗੇ? ਉਹ ਇਸ ਕਰਕੇ ਸਾਡਾ ਤਾਂ ਨੈਸ਼ਨਲ ਇੰਟਰਸਟ ਹੈ ਕਿ ਜਿਹੜੀ ਕੋਈ ਪ੍ਰੋਬਲਮ ਉਹਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕੀਤਾ ਜਾਵੇ। ਬਿਲਕੁਲ ਬੈਂਸ ਸਾਹਿਬ, ਮੈਂ ਆਖਰੀ ਸਵਾਲ ਤੁਹਾਡੇ ਨਾਲ ਕਰਾਂਗੀ, ਸਾਡਾ ਟਾਈਮ ਵੀ ਖਤਮ ਹੋ ਰਿਹਾ। ਕਿਸਾਨ ਮੂਵਮੈਂਟ ਦੀ ਕਿਉਂਕਿ ਅਸੀਂ ਗੱਲ ਕਰ ਰਹੇ ਸੀ, ਫਾਰਮ ਲਾਜ਼ ਤੇ ਬਹੁਤ ਵੱਡਾ ਅਸੀਂ ਇੱਕ ਸੰਘਰਸ਼ ਦੇਖਿਆ ਦਿੱਲੀ ਦੀਆਂ ਬਰੂਹਾਂ ਤੇ। ਉਹਦੇ ਬਾਅਦ ਹੁਣ ਕਿਸਾਨ ਦੁਬਾਰਾ ਤੋਂ ਆਪਣੀਆਂ ਗੱਲਾਂ ਲੈ ਕੇ ਪੰਜਾਬ ਸਰਕਾਰ ਕੋਲ ਆਏ, ਤੇ ਹੁਣ ਜਿਹੜਾ ਇਕੱਠ ਇਹਨਾਂ ਨੇ ਗਵਰਨਰ ਹਾਊਸ ਤੱਕ ਜਾਣ ਦੀ ਗੱਲ ਕੀਤੀ ਸੀਗੀ, ਆਪਣਾ ਇੱਕ ਮੈਮੋਰੈਂਡਮ ਦੀ ਗੱਲ ਕੀਤੀ ਸੀਗੀ। ਉਹਦੇ ਵਿੱਚ ਤੁਸੀਂ ਵੀ ਮਤਲਬ ਕਿ ਆਪਣੀਆਂ ਤਕਰੀਰਾਂ ਟਾਈਮ ਟੂ ਟਾਈਮ ਦਿੰਦੇ ਰਹੇ ਹੋ, ਗੱਲਾਂ ਕਰਦੇ ਰਹੇ ਹੋ। ਤੁਸੀਂ ਕਿਹਾ ਕਿ ਇਹਦਾ ਕਾਨੂੰਨੀ ਹੀ ਹੱਲ ਹੈਗਾ, ਕਾਨੂੰਨੀ ਤਰੀਕੇ ਦੇ ਨਾਲ ਇਹਨੂੰ ਨਿਬੇੜਾ ਇਹਦਾ ਕੀਤਾ ਜਾ ਸਕਦਾ ਹੈ। ਪਰ ਕਿਸਾਨਾਂ ਦੀ ਜਿਹੜੀ ਇੱਕ ਪਾਸੇ ਗੱਲਬਾਤ ਹੈ ਜਿਹੜੀ ਉਹ ਲੈ ਕੇ ਚੱਲ ਰਹੇ, ਕਿਉਂਕਿ ਤੁਸੀਂ ਉਹਨਾਂ ਜਥੇਬੰਦੀਆਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਰੱਖਦੇ ਰਹੇ ਹੋ, ਤੁਸੀਂ ਕਿਵੇਂ ਦੇਖਦੇ ਹੋ? ਬੜਾ ਬਰੀਫ ਮੈਂ ਚਾਹਾਂਗੀ। ਨਹੀਂ, ਕਿਸਾਨ ਤਾਂ ਉਹਨਾਂ ਨੂੰ ਤਾਂ ਇਕਨੋਮਿਕ ਡਿਸਟ੍ਰੈਸ ਹੈ,
ਕਿਸਾਨੀ ਜਿਸ ਤਰ੍ਹਾਂ ਚੱਲ ਰਹੀ ਹੈ ਉਹ ਪ੍ਰੋਫਿਟੇਬਲ ਹੀ ਨਹੀਂ ਹੈ ਜੀ। ਸੋ ਇਸ ਕਰਕੇ ਕਿਸੇ ਦੇਸ਼ ਦੀ ਕਿਸਾਨੀ ਪ੍ਰੋਫਿਟੇਬਲ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਜਿਹੜੀ ਕ੍ਰੌਪ ਤਾਂ ਇੱਕ ਵਾਰੀ ਆਉਣੀ, ਸਾਲ ਵਿੱਚ 2 ਵਾਰੀ ਆਉਣੀ ਹੈ, ਉਦੋਂ ਅਬੈਂਡੈਂਸ ਹੋ ਜਾਂਦੀ ਹੈ, ਉਦੋਂ ਪ੍ਰਾਈਸ ਗਿਰ ਜਾਂਦੇ ਹੈ, ਮਾਰਕੀਟ ਉੱਥੇ ਚੱਲ ਨਹੀਂ ਸਕਦੀ। ਮਾਰਕੀਟ ਪ੍ਰਿੰਸੀਪਲਸ ਹਮੇਸ਼ਾ ਕਿਸਾਨਾਂ ਦੇ ਖਿਲਾਫ ਹੈ। ਸੋ ਇਸ ਹਰ ਸਰਕਾਰ ਨੂੰ ਉਹਨਾਂ ਨੂੰ ਸਬਸਿਡਾਈਜ਼ ਕਰਨਾ ਪੈਂਦਾ ਜਦੋਂ ਮਿਨੀਮਮ ਸਪੋਰਟ ਪ੍ਰਾਈਸ ਕਰਨੇ ਆ। ਇਹ ਵੀ ਇਸੇ ਕਰਕੇ, ਕਿਉਂਕਿ ਹਰ ਕਿਸਾਨ ਦੀ ਫਸਲ ਇਕੱਠੀ ਹੋ ਜਾਂਦੀ ਹੈ, ਗ੍ਰੇਨ ਚਾਹੀਦੇ ਵੀ ਹੈ ਸਾਰੇ ਦੇਸ਼ ਨੂੰ, ਉਸ ਵੇਲੇ ਤੁਸੀਂ ਮਹਿੰਗੀ ਕਿਉਂ ਨਹੀਂ ਖਰੀਦ ਸਕਦੇ? ਆਫਟਰ ਆਲ ਫੂਡ ਹੈ, ਫੰਡਾਮੈਂਟਲ ਹੈ। ਤੇ ਇਸੇ ਦੀ ਤੁਸੀਂ ਐਕਸਪਲੋਇਟੇਸ਼ਨ ਕਰਦੇ ਹੋ। ਜੋ ਸਰਕਾਰ ਕਿਸਾਨਾਂ ਨੂੰ ਇਹ ਸਮਝ ਕੇ ਉਹਨਾਂ ਦੀ ਮਜਬੂਰੀ ਕਰਕੇ ਉਹਦਾ ਫਾਇਦਾ ਲਏ, ਇੱਕ ਪ੍ਰਾਈਵੇਟ ਬੰਦਾ ਦਾ ਫਾਇਦਾ ਲਏ, ਸਾਹੂਕਾਰ ਫਾਇਦਾ ਲਏ, ਮਾਰਕੀਟ ਫਾਇਦਾ ਲਏ, ਉਹ ਸਮਝ ਆਉਂਦਾ ਹੈ। ਪਰ ਸਰਕਾਰ ਕਿਉਂ ਫਾਇਦਾ ਲਏ ਕਿਸਾਨਾਂ ਦੀ ਮਜਬੂਰੀ ਦਾ? ਇਸ ਕਰਕੇ ਜਿਹੜਾ ਮੁੱਦੇ ਰੇਸ ਕਰਦੇ ਆ ਉਹ ਆਊਟ ਆਫ ਮਜਬੂਰੀ ਕਰ ਰਹੇ ਆ, ਡੈਸਪਰੇਟ ਕੰਡੀਸ਼ਨ ਹੈ। ਕਿੰਨੇ ਐਗਰੀਕਲਚਰ ਐਕਸਪਰਟਸ ਕਹਿ ਚੁੱਕੇ, ਜੌਲ ਸਾਹਿਬ ਕਹਿੰਦੇ ਮੈਂ ਤਾਂ 86 ਤੋਂ ਕਹਿ ਰਿਹਾ, ਇਹਦਾ ਸੋਲੂਸ਼ਨ ਵੀ ਹੈਗਾ, ਕਰੋ ਤਾਂ ਸਹੀ ਕੁਛ। तो इस करके और ये खतरनाक है, मुल्क लिए भी खतरनाक है, पंजाब लिए भी खतरनाक है, देश लिए भी खतरनाक है। ਜ਼ਮੀਨ ਹੁਣ ਇਸ ਵੇਲੇ ਸਾਰੇ ਦੁਨੀਆ ਦੇ ਜਿਹੜੀਆਂ ਹੈਗੀਆਂ ਮਲਟੀਨੈਸ਼ਨਲ ਦੀ ਨਜ਼ਰ ਦੇ ਵਿੱਚ ਹੈ ਜੀ। ਉਹ ਇੱਥੇ ਕਬਜ਼ਾ ਕਰਨਾ ਚਾਹਣਗੇ, ਚਾਹੇ ਸਾਡਾ ਥੋੜੀ ਦੇਰ ਲਈ ਦੇਸ਼ ਦੀ ਜ਼ਮੀਨ ਬਚ ਗਈ ਹੈ ਕਿ ਹਲੇ ਥੋੜੇ ਸਾਲਾਂ ਲਈ ਬਚ ਗਈ ਹੈ, ਬਟ ਉਹ ਹੋਰ ਨਾ ਹੋਰ ਤਰੀਕੇ ਨਾਲ ਕਰਨਗੇ ਤਾਂ ਹਾਂ ਕੈਪੀਟਲਿਸਟ ਕਹ ਲਓ, ਸੁਪਰ ਜਿਹੜੇ ਕਾਰਪੋਰੇਸ਼ਨ ਹੈ ਉਹ ਜ਼ਮੀਨਾਂ ਖਰੀਦ ਰਹੇ, ਬਣਾਉਂਦੇ ਤੁਸੀਂ ਮਾਈਕਰੋਸੌਫਟ ਖਰੀਦ ਰਹੇ ਹੋ ਜ਼ਮੀਨਾਂ, ਬਣਾਉਂਦੇ ਤੁਸੀਂ ਵੈਕਸੀਨ ਖਰੀਦ ਰਹੇ ਹੋ ਜ਼ਮੀਨਾਂ। ਤੇ ਸਮਝ ਆਉਂਦਾ ਨਾ ਕਿ ਉਹ ਗਲੋਬ ਨੂੰ ਕਿੱਦਾਂ ਕੰਟਰੋਲ ਕਰਨਾ ਚਾਹੁੰਦੇ ਆ। ਜ਼ਮੀਨਾਂ ਤੇ ਅਲਟੀਮੇਟਲੀ ਫੂਡ ਹੈ, ਉਹ ਤੁਹਾਨੂੰ ਨੈਚੁਰਲ ਫੂਡ ਤੋਂ ਲੈ ਕੇ ਕੀੜੇ ਮਕੌੜੇ ਖਿਲਾਉਣਾ ਚਾਹੁੰਦੇ ਆ, ਉਹ ਸਾਰੇ ਪੈਕਡ ਫੂਡ ਖਾਣਾ ਚਾਹੁੰਦੇ ਆ। ਔਰ ਉਸ ਤੱਕ ਤੁਹਾਡੀ ਸਿਹਤ ਖਤਮ ਹੋ ਗਈ, ਫਿਰ ਤੁਸੀਂ ਸਲੇਵਸ ਹੋ, ਇੱਕ ਤਰ੍ਹਾਂ ਦੀ ਨਵੀਂ ਸਲੇਵਰੀ ਬਣਾਉਣਾ ਚਾਹੁੰਦੇ। ਉਹਦੇ ਨੈਸ਼ਨਲ ਇੰਟਰਸਟ ਤਾਂ ਸਾਡਾ ਬਹੁਤ ਛੋਟਾ ਹੈ, ਉਹ ਤਾਂ ਉਹਨਾਂ ਦਾ ਵੱਡਾ ਪਲਾਨ ਹੈ, ਬਟ ਉਹਦੇ ਲਈ ਇੰਪੋਰਟੈਂਟ ਹੈ ਕਿ ਵੱਡੇ ਦੇਸ਼ਾਂ ਦੀ ਜਿਹੜੇ ਜ਼ਮੀਨ 'ਤੇ ਤਾਂ ਕੰਟਰੋਲ ਕੀਤਾ ਜਾਵੇ। ਉਹਨਾਂ ਦੇ ਜਿਹੜੇ ਅਲਾਈਜ਼ ਹੈ, ਲੋਕਲ ਅਲਾਈਜ਼ ਹੈ, ਜਿਹੜੇ ਅਸੀਂ ਕਹਿ ਸਕਦੇ ਹਾਂ ਅਦਾਨੀ, ਜਿਹੜੇ ਵੱਡੇ ਜਿਹੜੇ ਜ਼ਮੀਨਾਂ ਦੇ ਐਗਰੋ ਮਾਰਟ ਖੋਲ੍ਹ ਕੇ ਬੈਠੇ ਨੇ, ਸੋ ਉਹਨਾਂ ਨੂੰ ਤਾਂ ਸਮਝ ਵੀ ਨਹੀਂ ਆ ਰਹੀ ਕਿ ਉਹ ਵੀ ਤਾਂ ਪੌਣ ਬਣ ਰਹੇ ਆਪਣੇ ਦੇਸ਼ ਦੇ ਖਿਲਾਫ। ਮਗਰ ਨਾ ਹੀ ਸਰਕਾਰ ਨੂੰ ਸਮਝ ਆ ਰਿਹਾ, ਨਾ ਹੀ ਉਹ ਚਾਹੁੰਦੀ। ਪਰਹੈਪਸ ਹਲੇ ਉਹ ਇੰਨੇ ਜ਼ਿਆਦਾ ਇਲੈਕਸ਼ਨਾਂ ਦੇ ਮੋਡ ਵਿੱਚ ਹੈਗੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਦੇਸ਼ ਕਿਵੇਂ ਹੌਲੀ ਹੌਲੀ ਵਿਕ ਜਾਏਗਾ। ਜਿਸ ਤਰ੍ਹਾਂ ਕਦੀ ਅਸੀਂ ਗੁਲਾਮ ਬਣ ਗਏ ਸੀ ਈਸਟ ਇੰਡੀਆ ਕੰਪਨੀ, ਤੁਹਾਨੂੰ ਪਤਾ ਥੋੜ੍ਹੀ ਲੱਗਾ ਸੀ, ਹੌਲੀ ਹੌਲੀ ਇੱਦਾਂ ਹੀ ਹੁੰਦਾ। ਹੁਣ ਵੀ ਅਸੀਂ ਜਿਹੜੇ ਕਾਰਪੋਰੇਟ ਇਨਸਲੇਵਮੈਂਟ ਆ ਰਹੀ ਹੈ ਉਹ ਇੱਦਾਂ ਹੀ ਆ ਰਹੀ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਮਕਸਦ ਹੀ ਹੈ ਕਿ ਕਿਸਾਨ ਛੱਡ ਜਾਵੇ ਜ਼ਮੀਨ ਦੁੱਖ ਨਾਲ, ਉਹਨਾਂ ਦੀ ਫਸਲ ਦੀ ਕੀਮਤ ਨਾ ਦਿੱਤੀ ਜਾਵੇ ਕਿ ਕੋਈ ਛੱਡ ਜਾਵੇ ਖੇਤੀ, ਕਿਉਂਕਿ ਜਿੱਦਣ ਛੱਡੇਗਾ ਉਦੋਂ ਹੀ ਕਬਜ਼ਾ ਕਰ ਲੈਣਗੇ, ਫਿਰ ਇਹ ਕਾਨੂੰਨ ਬਦਲ ਦੇਣਗੇ। ਇਹ ਇੱਦਾਂ ਹੀ ਹੁੰਦਾ ਜਦੋਂ ਨਵਾਂ ਸ਼ਹਿਰ ਬਣਦਾ ਤਾਂ ਤੁਸੀਂ ਦੇਖਿਆ ਨਹੀਂ, ਫਟਾਫਟ ਪਹਿਲਾਂ ਪੋਲੀਟੀਸ਼ੀਅਨ ਜ਼ਮੀਨ ਖਰੀਦ ਲੈਂਦੇ ਨੇ, ਪਹਿਲਾਂ ਉਹਨਾਂ ਤੋਂ ਖਰੀਦ ਲੈਂਦੇ ਨੇ ਕਿਉਂਕਿ ਜੀ ਲੈਂਡ ਅਕਵਾਇਰ ਹੋ ਗਿਆ, ਫਿਰ ਉਹੀ ਬੰਦਿਆਂ ਨੂੰ ਤੁਸੀਂ ਜ਼ਮੀਨ ਦੀ ਕੀਮਤ ਵੱਧ ਜਾਂਦੀ, ਫਿਰ ਉਹੀ ਵੇਚਦੇ ਪਲਾਟ ਬਣਾ ਕੇ। ਇਹ ਕਾਮਨ ਸਕੈਮ ਹੈ, ਬਟ ਉਹ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਹੁੰਦਾ ਤਾਂ ਤੁਸੀਂ ਇਹਨੂੰ ਕਹਿ ਰਹੇ ਬਹੁਤ ਵੱਡਾ ਸਕੈਮ ਹੋ ਗਿਆ। ਇਸ ਤਰ੍ਹਾਂ ਹੀ ਪਾਵਰ ਗੇਮ ਚੱਲਦੀ ਹੈ। ਤਾਂ ਕਿਸਾਨਾਂ ਦੀ ਜਿਹੜੀ ਕੰਡੀਸ਼ਨ ਨੂੰ, ਉਹਨਾਂ ਨੂੰ ਮਜਬੂਰੀ ਨੂੰ ਇਹ ਡਿਜ਼ਾਈਨਡ ਹੈ ਕਿ ਉਹ ਛੱਡ ਜਾਣ, ਖੇਤੀ ਛੱਡ ਜਾਣ, ਤਾਂ ਹੀ ਉਹ ਓਵਰਟੇਕ ਕਰ ਸਕਦੇ, ਅਦਰਵਾਈਜ਼ ਉਹਨਾਂ ਨੂੰ ਵਾਇਲੈਂਸ ਦਾ ਸਾਹਮਣਾ ਕਰਨਾ ਪਏਗਾ। ਸ਼ਕਤੀ ਉਹਨਾਂ ਨੇ ਦੇਖ ਹੀ ਲਈ ਕਿਸਾਨਾਂ ਦੀ। ਹਿੰਦੁਸਤਾਨ ਦੀ ਜਿਹੜੀ ਕਿਸਾਨ ਅੰਦੋਲਨ ਨੇ ਪੂਰੇ ਵਰਲਡ ਨੂੰ ਇੰਸਪਾਇਰ ਕੀਤਾ, ਪੂਰੇ ਦੁਨੀਆ ਦੇ ਕਿਸਾਨਾਂ ਨੂੰ ਸਮਝ ਆਈ ਹੈ ਕਿ ਅਸੀਂ ਆਪਣਾ ਜ਼ਮੀਨ ਹਲੇ ਵੀ ਬਚਾ ਸਕਦੇ ਹਾਂ। ਔਰ ਇਹਦੇ ਨਾਲ ਟੈਰਰ ਕ੍ਰੀਏਟ ਹੋਇਆ। ਬਾਕੀ ਸਾਰੇ ਜਿਹੜੇ ਡ੍ਰੀਮ ਲੈ ਰਹੇ ਸੀ ਅਗਲੇ 10 ਸਾਲਾਂ 'ਚ ਅਸੀਂ ਜ਼ਮੀਨ 'ਤੇ ਕਬਜ਼ਾ ਕਰ ਲੈਣਾ, ਗਲੋਬਲ ਟੈਰਰਿਟੀ ਕ੍ਰੀਏਟ ਕਰ ਲੈਣੀ। ਸੋ ਇੰਨੀ ਇੰਸਪੀਰੇਸ਼ਨਲ ਸਟਰਗਲ ਹੋਵੇ ਔਰ ਉਸ ਤੋਂ ਬਾਅਦ ਸਾਡੀ ਸਰਕਾਰ ਨੂੰ ਸਮਝ ਨਾ ਆਵੇ, ਇਹੀ ਹੈਰਾਨੀ ਦੀ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ ਤੁਹਾਡਾ। ਇਹ ਸਾਡੇ ਨਾਲ ਸੀਗੇ ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ। ਬਹੁਤ ਜ਼ਿਆਦਾ ਤਜਰਬਾ ਹੈ ਇਹਨਾਂ ਦਾ, ਬਹੁਤ ਸਾਰੇ ਸਬਜੈਕਟਸ ਨੂੰ ਬਹੁਤ ਨੇੜੇ ਨਾਲ ਤੋਂ ਪੜ੍ਹਦੇ ਨੇ, ਰਿਸਰਚ ਵੀ ਕਰਦੇ ਨੇ ਔਰ ਪੇਸ਼ੇ ਤੋਂ ਵਕੀਲ ਵੀ ਨੇ। ਇਸ ਬਹੁਤ ਹੀ ਇੱਕ ਚੰਗਾ ਸੁਮੇਲ ਹੈਗਾ ਅਤੇ ਇਹਨਾਂ ਨੂੰ ਨੌਲੇਜ ਵੀ ਬਹੁਤ ਜ਼ਿਆਦਾ। ਪਹਿਲੇ ਵੀ ਅਸੀਂ ਇਹਨਾਂ ਨੂੰ ਕਈ ਸਬਜੈਕਟਸ 'ਤੇ ਇਹਨਾਂ ਨਾਲ ਜਿਹੜੀ ਵਿਚਾਰ ਚਰਚਾ ਕਰਦੇ ਰਹੇ ਹਾਂ। ਫਿਰ ਤੋਂ ਮਿਲਾਂਗੇ ਇੱਕ ਨਵੀਂ ਜਗ੍ਹਾ, ਇੱਕ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਮੈਨੂੰ ਦਿਓ ਤੁਸੀਂ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।